ਜਿਹੜਾ ਇਹ ਪੱਤਾ 300 ਦਾ ਇੱਕ ਮਿਲਦਾ ਸੀ हाँ जी ਤੇ ਉਰੇ ਕਿੰਨੇ ਦਾ ਮਿਲਿਆ? तो ये तो 20 रुपए का मिलता जी। ਇਹ ਦਵਾਈ ਮੈਨੂੰ 17 ਰੁਪਏ ਦਾ ਪੱਤਾ ਮਿਲਿਆ ਤੇ ਦੇਖੋ ਤੁਸੀਂ 50 ਰੁਪਏ ਤੋਂ 17 ਰੁਪਏ 'ਚ ਮੈਨੂੰ ਕਿੰਨਾ ਫਰਕ ਲੱਗਿਆ ਤੇ ਮੈਂ ਤੇ ਇੱਥੋਂ ਦਵਾਈ ਲਾਂਗੀ। ਡਾਕਟਰਾਂ ਦਾ ਜਿਹੜਾ ਐਕਚੁਅਲੀ ਕੁਝ ਕਮਿਸ਼ਨ ਵੀ ਹੈ ਬਾਹਰ, ਉਹ ਆਪਣਾ ਉਹਨਾਂ ਦਾ ਕਮਿਸ਼ਨ ਮਰਨ ਦੇ ਕਾਰਨ ਉਹ ਕਹਿੰਦੇ ਵੀ ਇੱਥੋਂ ਨਹੀਂ ਲੈਣੀ, ਤੁਸੀਂ ਉਹੀ ਦਵਾਈ ਉੱਥੋਂ ਹੀ ਲਓ, ਉਹਨਾਂ ਸਟੋਰ ਤੋਂ ਦਵਾਈ ਲਓ। ਸ਼ੂਗਰ ਦੀ ਜਿਹੜੀ ਤੁਸੀਂ ਦਵਾਈ ਖਾਂਦੇ ਔਰ ਬੀਪੀ ਦੀ ਦਵਾਈ ਖਾਂਦੇ, ਬਾਹਰ ਤੋਂ ਕਿੰਨੇ ਦੀ ਲੈਂਦੀ ਸੀ ਔਰ ਉਰੇ ਤੁਹਾਨੂੰ ਕਿੰਨੇ ਦੀ? हाँ बाहर ਜਿਹੜਾ ਪੱਤਾ ਮੈਨੂੰ 50 ਰੁਪਏ ਜਾਂ 80 ਰੁਪਏ ਦਾ ਪੱਤਾ 70 ਰੁਪਏ ਦਾ ਪੱਤਾ ਮਿਲਦਾ ਸੀਗਾ, ਉਰੇ ਮੈਨੂੰ ਉਰੇ 12 ਰੁਪਏ ਤੋਂ ਲੈ ਕੇ 28 29 ਰੁਪਏ ਤੱਕ ਪੱਤਾ ਉਹੀ ਮਿਲਦਾ ਹੈ। ਤੁਸੀਂ ਬਾਹਰੋਂ ਦਵਾਈ ਲਓ ਜੇ ਇਹਨਾਂ ਤੋਂ ਸਸਤੀ ਨਾ ਦਵਾਈ? ਮੈਂ ਤੇ ਇਹੀ ਕਹੂੰਗੀ ਤੁਸੀਂ ਚੈੱਕ ਕਰ ਲਓ, ਬਾਹਰੋਂ ਜਦੋਂ ਛਿੱਲ ਲਵਾਉਣ ਹਟ ਜਾਓਗੇ ਫਿਰ ਤੁਸੀਂ ਇੱਥੇ ਆ ਜਾਓਗੇ ਮੇਰੇ ਵਾਂਗ। ਜਿਹੜਾ ਮੈਂ 50 ਰੁਪਏ ਦਾ ਪੱਤਾ ਬਾਹਰੋਂ ਲਿਆ, ਮੈਂ ਹੁਣੇ ਦਿਖਾਇਆ ਤੁਹਾਨੂੰ, ਉਹ ਮੈਨੂੰ ਇਹ 17 ਰੁਪਏ ਦਾ ਮੈਡਮ ਨੇ ਦਿੱਤਾ ਤੇ ਦੇਖੋ ਮੈਨੂੰ ਕਿੰਨਾ ਫਾਇਦਾ ਹੋਇਆ। ਮੈਂ ਤੇ 10 ਜਣਿਆਂ ਨੂੰ ਹੋਰ ਕਹਾਂਗੀ। ਮਤਲਬ ਜਿਹੜੀ ਤੁਸੀਂ 2000 ਦੀ ਦਵਾਈ ਖਾਂਦੇ ਸੀ ਉਹ 1000 ਤੋਂ ਵੀ ਘੱਟ ਉਰੇ ਮਿਲਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਮ ਤੋਂ। ਰੋਪੜ ਸ਼ਹਿਰ ਦੇ ਵਿੱਚ ਜਨ ਔਸ਼ਧੀ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ, ਇੱਕ ਇੱਧਰ ਡਾਕਟਰ ਸਾਹਿਬ ਡਾਕਟਰ ਮਨੀਸ਼ ਜੀ ਉਹਨਾਂ ਵੱਲੋਂ ਜਿਹੜੀ ਖੋਲ੍ਹੇ ਗਏ ਇਸ ਦਫ਼ਤਰ ਦੇ ਵੀ ਬਹੁਤ ਵੱਡੇ ਉਪਰਾਲੇ ਕੀਤੇ ਗਏ ਨੇ, ਜਿੱਥੇ ਕਿ ਉਹ ਅਨੇਕ ਪ੍ਰਕਾਰਾਂ ਦੀਆਂ ਇਹਨਾਂ ਦੀ ਦਵਾਈਆਂ ਜਿਹੜੀਆਂ ਮਿਲਦੀਆਂ ਹੈ ਤੇ ਉੱਥੇ ਹੀ ਜਿਹੜੇ ਮਰੀਜ਼ ਆ ਉਹਨਾਂ ਨੂੰ ਬਹੁਤ ਵੱਡੇ ਜਿਹੜੇ ਰਾਹਤ ਭਰੀ ਦਵਾਈ ਹੈ ਜਿਹੜੀ ਮਿਲਦੀ ਹੈ। ਜੇ ਗੱਲ ਕਰੀਏ ਸਰ, ਤੁਸੀਂ ਉਰੇ ਕਿੰਨੀ ਕੁ ਵਾਰ ਦਵਾਈ ਲੈਣ ਆ ਚੁੱਕੇ ਆ? ਮੈਂ ਤਾਂ ਜੀ ਤਕਰੀਬਨ ਉਰੇ ਡੇਢ ਸਾਲ ਤੋਂ ਦਵਾਈ ਲਗਾਤਾਰ ਲੈ ਰਹੇ ਹਾਂ ਜੀ। 1.5 ਸਾਲ ਦੇ ਵਿੱਚ ਜੇ ਆਪਾਂ ਬਾਹਰ ਦੀ ਦਵਾਈਆਂ ਦੀ ਔਰ ਇਹਨਾਂ ਦੀ ਦਵਾਈ ਦੀ ਗੱਲ ਕਰੀਏ, ਕਿੰਨਾ ਕੁ ਅੰਤਰ ਦੇ ਨਾਲ ਤੁਹਾਡੇ ਪੈਸੇ ਬਚੇ ਆ? ਬਹੁਤ ਜ਼ਿਆਦਾ ਫਰਕ ਹੈ ਜੀ। ਉਰੇ ਜਿਹੜੀ ਹੈ 10 ਤੋਂ 20% ਲੱਗਦਾ ਹੈ, ਬਾਹਰ ਜਿਹੜੀ ਦਾ 100% ਲੱਗਦਾ ਜੀ। ਦਵਾਈ ਦਾ ਬਹੁਤ ਫਰਕ ਹੈ ਔਰ ਦਵਾਈ ਵੀ ਠੀਕ ਹੈ, ਕੋਈ ਦਵਾਈ ਦਾ ਫਰਕ ਨਹੀਂ, ਬਾਜ਼ਾਰ ਨਾਲੋਂ ਅੱਛੀ ਦਵਾਈ ਹੈ। ਤੇ ਤੁਹਾਨੂੰ ਇਸ ਦਾ ਜਿਹੜਾ ਕਿਵੇਂ ਪਤਾ ਲੱਗਿਆ ਵੀ ਇੱਥੇ ਜਿਹੜੀ ਦੁਕਾਨ ਖੁੱਲੀ ਹੋਈ ਹੈ? ਪਤਾ ਤਾਂ ਜੀ ਸ਼ਹਿਰ ਦੇ ਵਿੱਚ ਰਹਿੰਦੇ ਤਾਂ ਪਤਾ ਲੱਗ ਜਾਂਦਾ ਹੈ, ਐਸੀ ਕੋਈ ਬਾਤ ਨਹੀਂ ਹੈ। ਤਾਂ ਬਾਕੀ ਦੇਖੋ ਸਸਤੀ ਚੀਜ਼ ਮਿਲਦੀ ਆ, ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਸਸਤੀ ਚੀਜ਼, ਮੇਰਾ ਇਲਾਜ ਸਸਤਾ ਹੋਵੇ। ਇੱਕ ਗੱਲ ਹੋਰ ਨਿਕਲ ਕੇ ਆਉਂਦੀ, ਕਈਆਂ ਦੇ ਦਿਮਾਗ 'ਚ ਇਹ ਗੱਲ ਹੁੰਦੀ ਹੈ ਵੀ ਸਸਤੀ ਹੈ, ਵੀ ਕਿਆ ਪਤਾ ਡੁਪਲੀਕੇਟ ਹੋਵੇ, ਐਦਾਂ ਦਾ ਤੁਹਾਡੇ ਮਨ 'ਚ? ਨਹੀਂ, ਮੈਂ ਦਵਾਈ ਲੈ ਕੇ ਜੀ, ਸ਼ੂਗਰ ਦਾ ਪੇਸ਼ੈਂਟ ਹੈ ਮੈਂ, ਸ਼ੂਗਰ ਬੀਪੀ ਦਾ। ਜੇ ਮੈਨੂੰ ਸਸਤੀ ਦਵਾਈ ਨਾ ਫਿੱਟ ਬੈਠਦੀ ਤਾਂ ਮੈਂ ਹੁਣ ਨੂੰ ਤਾਂ ਬਹੁਤ ਜ਼ਿਆਦਾ ਬਿਮਾਰ। ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਦੱਸਿਆ ਸ਼ੂਗਰ ਦੀ ਜਿਹੜੀ ਤੁਸੀਂ ਦਵਾਈ ਖਾਂਦੇ ਔਰ ਬੀਪੀ ਦੀ ਦਵਾਈ ਖਾਂਦੇ, ਬਾਹਰ ਤੋਂ ਕਿੰਨੇ ਦੀ ਲੈਂਦੀ ਸੀ ਔਰ ਉਰੇ ਤੁਹਾਨੂੰ ਕਿੰਨੇ ਦੀ? ਹਾਂ ਬਾਹਰ ਜਿਹੜਾ ਪੱਤਾ ਮੈਨੂੰ 50 ਰੁਪਏ ਜਾਂ 80 ਰੁਪਏ ਦਾ ਪੱਤਾ 70 ਰੁਪਏ ਦਾ ਪੱਤਾ ਮਿਲਦਾ ਸੀਗਾ, ਉਰੇ ਮੈਨੂੰ ਉਰੇ 12 ਰੁਪਏ ਤੋਂ ਲੈ ਕੇ 28 29 ਰੁਪਏ ਤੱਕ ਪੱਤਾ ਉਹੀ ਮਿਲਦਾ ਹੈ। ਤੇ ਤੁਸੀਂ ਕਹਿ ਰਹੇ ਆ ਵੀ ਇਹ ਕਾਫੀ ਵੱਡਾ ਵਰਦਾਨ ਤੁਹਾਨੂੰ ਜਿਹੜਾ ਗਰੀਬਾਂ ਨੂੰ ਦਿੱਤਾ ਗਿਆ? ਹਾਂਜੀ, ਸਭ ਵਾਸਤੇ ਵਧੀਆ ਜੀ, ਇਹ ਬਹੁਤ ਅੱਛੀ ਹੈ। ਦੇਖੋ ਜੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਯੋਜਨਾ ਚਲਾਈ ਹੈ, ਬਹੁਤ ਅੱਛੀ ਹੈ ਜੀ। ਹਾਂਜੀ ਠੀਕ ਹੈ। ਤੇ ਤੁਸੀਂ ਕਿਹੜੀ ਜਗ੍ਹਾ ਤੋਂ, ਕੀ ਨਾਮ ਹੈ ਤੁਹਾਡਾ? ਅਸੀਂ ਰਤੇੜ ਤੇ ਪਿੰਡ ਤੇ ਜੀ ਹਿਮਾਚਲ ਪ੍ਰਦੇਸ਼ ਤੋਂ। ਹਿਮਾਚਲ ਤੋਂ ਤੁਸੀਂ ਉਰੇ ਆਏ ਹੋ, ਤੇ ਇੱਕ ਗੱਲ ਹੋਰ ਦੱਸੋ, ਤੁਸੀਂ ਹਿਮਾਚਲ ਤੋਂ ਉਰੇ ਆਏ, ਹਿਮਾਚਲ ਤੇ ਤੁਹਾਡੇ ਇਹ ਇਦਾਂ ਦੀ ਦਵਾਈ ਦੀ ਦੁਕਾਨ ਕੋਈ ਨਹੀਂ ਜੀ? ਸ਼ਾਇਦ ਪਤਾ ਨਹੀਂ ਕੀਤਾ ਕਦੇ। ਪਤਾ ਨਹੀਂ ਹੈ। ਹਾਂਜੀ, ਤੇ ਜਿਹੜੀ ਤੁਸੀਂ ਦਵਾਈ ਲਿਖੀ ਹੈ ਡਾਕਟਰ ਸਾਹਿਬ ਨੇ ਲਿਖੀ ਹੈ, ਤੁਹਾਨੂੰ ਉਰੇ ਤੇ ਉੱਥੇ ਦਾ ਕਿੰਨਾ ਕੁ ਫਰਕ ਲੱਗਿਆ? ਕਾਫੀ ਫਰਕ ਹੈ ਜੀ। ਕਾਫੀ ਫਰਕ ਹੈ। ਹਾਂਜੀ, ਠੀਕ ਹੈ ਜੀ। ਤੇ ਮਾਤਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ? ਬਰੂਣਾ ਤੇ ਜੀ। ਬਰੂਣਾ ਤੋਂ। ਬਰੂਣਾ ਜਿਹੜਾ ਹਿਮਾਚਲ ਪ੍ਰਦੇਸ਼ ਬਿਲਾਸਪੁਰ ਦੇ ਵਿੱਚ ਪੈਂਦਾ, ਉਹੀ ਵਾਲਾ ਨਾ? ਹਾਂਜੀ ਹਾਂਜੀ ਹਾਂਜੀ। ਤੇ ਤੁਸੀਂ ਉਰ ਤੋਂ ਦਵਾਈ ਲੱਤੀ ਹੈ, ਕਿੰਨੇ ਕੁ ਪੈਸੇ ਤੁਹਾਡੇ ਬਚੇ ਆ? ਮੈਨੂੰ ਤਾਂ ਮਹੀਨਾ ਹੋਇਆ ਜੀ ਲੈਂਦੇ ਨੂੰ, ਕਾਫੀ ਵੇ ਫਰਕ ਹੈ ਦਵਾਈ ਦਾ ਬਾਹਰ ਦੀ ਨਾਲ ਉਰੇ ਦੀ ਦਾ। ਠੀਕ ਹੈ। ਹਾਂਜੀ। ਤੇ ਤੁਸੀਂ ਇੰਨੀ ਦੂਰ ਤੋਂ ਦੁਬਾਰੇ ਫਿਰ ਉਰੇ ਦਵਾਈ ਲੈਣ ਆਏ, ਵੀ ਤੁਹਾਨੂੰ ਦਵਾਈ ਹੈ ਜਿਹੜੀ ਉਹ ਡੁਪਲੀਕੇਟ ਤਾਂ ਨਹੀਂ ਲੱਗਦੀ ਸੀ? ਨਹੀਂ ਜੀ, ਨਹੀਂ ਜੀ। ਠੀਕ ਹੈ ਜੀ। ਤੇ ਸਾਡੇ ਨਾਲ ਹੋਰ ਵੀ ਜਿਹੜੇ ਪੇਸ਼ੈਂਟ ਜਿਹੜੇ ਉਹਨਾਂ ਦੇ ਜੁੜੇ ਹੋਏ ਆ ਜੀ। ਕੀ ਨਾਮ ਹੈ ਤੁਹਾਡਾ, ਕਿਹੜੀ ਜਗ੍ਹਾ ਤੋਂ? ਮੈਂ ਗੁਰਮੀਤ ਕੌਰ ਹਾਂ ਜੀ, ਬਟਾਲੇ ਦੀ ਰਹਿਣ ਵਾਲੀ ਹਾਂ। ਇਸ ਰੋਪੜ 'ਚ ਮੇਰਾ ਬੇਟਾ ਹੈ ਔਰ ਮੈਂ ਇਹਨਾਂ ਕੋਲ ਹੀ ਦਵਾਈ ਲੈ ਕੇ ਜਾਂਦੀ ਹਾਂ। ਔਰ ਮੈਡਮ ਗੱਲ ਕਰੀਏ ਤੁਹਾਡੀ ਜਿਹੜੀ ਤੁਸੀਂ ਬਾਹਰੋਂ ਦਵਾਈ ਪਹਿਲਾਂ ਲੈਂਦੇ ਹੋਣੇ ਆ, ਦੁਕਾਨ ਕੁਝ ਟਾਈਮ ਵਿੱਚ ਖੁੱਲੀ ਆ, ਤੇ ਕਿੰਨੇ ਕੁ ਪੈਸੇ ਦੀ ਜਿਹੜੀ ਲੁੱਟਾ ਤੁਹਾਡੇ ਨਾਲ ਹੋ ਚੁੱਕੀ ਹੈ? ਉਹ ਬਹੁਤ ਜ਼ਿਆਦਾ ਹੋ ਚੁੱਕੀ ਜੀ। ਮੈਂ ਤੁਹਾਨੂੰ ਇੱਕ ਸੈਂਪਲ ਦਿਖਾਉਣੀ ਹੈ, ਜਿਹੜਾ ਕਿ ਮੈਂ ਇਹ 50-60 ਰੁਪਏ ਦਾ ਲੈਣੀ ਬਾਜ਼ਾਰ ਤੋਂ। ਇਸ ਟਾਈਮ ਮੈਂ ਹੁਣੇ ਇਹਨਾਂ ਕੋਲ ਦਵਾਈ ਖਰੀਦੀ ਹੈ। ਇਹ ਦਵਾਈ ਮੈਨੂੰ 17 ਰੁਪਏ ਦਾ ਪੱਤਾ ਮਿਲਿਆ ਤੇ ਦੇਖੋ ਤੁਸੀਂ 50 ਰੁਪਏ ਤੋਂ 17 ਰੁਪਏ 'ਚ ਮੈਨੂੰ ਕਿੰਨਾ ਫਰਕ ਲੱਗਿਆ ਤੇ ਮੈਂ ਤੇ ਇੱਥੋਂ ਦਵਾਈ ਲਾਂਗੀ। ਔਰ ਮੈਂ ਤੇ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਇਹ ਸਟਾਫ ਨੂੰ ਸਾਰਿਆਂ ਨੂੰ ਸ਼ਕਤੀ ਦੇ ਔਰ ਇਹ ਜਿਹੜਾ ਹੈਗਾ ਦਵਾਈ ਖਾਨਾ ਇਹ ਚੱਲਦਾ ਰਹੇ ਸਾਡੇ ਵਾਸਤੇ। ਬਹੁਤ ਵਧੀਆ ਜੀ। ਹਾਂਜੀ, ਤੁਸੀਂ ਕਿਹੜੀ ਜਗ੍ਹਾ ਤੋਂ, ਕੀ ਨਾਮ ਹੈ? ਮੇਰਾ ਨਾਮ ਨੀਲਮ ਹੈ, ਮੈਂ ਪਾਵਰ ਕਲੋਨੀ ਜਗਜੀਤ ਨਗਰ ਤੋਂ ਹਾਂ। ਤੇ ਮੈਂ ਦਵਾਈ ਲੈਂਦੀ ਸੀ, ਮੈਨੂੰ ਖਾਰਿਸ਼ ਦੀ ਪ੍ਰੋਬਲਮ ਸੀ ਤੇ ਉਸ ਟਾਈਮ ਮੇਰੇ ਕੋਲ 350 ਦਾ ਪੱਤਾ ਮਾਰਕੀਟ ਦੇ ਵਿੱਚ, ਪਰ ਇਹਨਾਂ ਕੋਲੋਂ ਆਏ ਤੇ ਸਾਨੂੰ 100 ਰੁਪਏ ਦਾ ਪੱਤਾ ਪੈ ਜਾਂਦਾ ਪੂਰੇ।
ਤੇ ਜੇ ਆਪਾਂ ਗੱਲ ਕਰੀਏ ਤੁਸੀਂ ਉਹ 300 ਔਰ 100 ਦੇ ਵਿੱਚ ਤੁਹਾਨੂੰ ਕੋਈ ਫਰਕ ਲੱਗਿਆ ਵੀ ਉਹ 300 ਵਾਲਾ ਜ਼ਿਆਦਾ ਵਧੀਆ ਕੰਮ ਕਰਦਾ ਸੀ, ਇਹ 100 ਵਾਲਾ ਘੱਟ ਕੰਮ ਕਰਦਾ? ਬਿਲਕੁਲ ਬਰਾਬਰ ਦਾ ਹੀ ਹੈ ਅਸਰ ਹੈ ਇਹਨਾਂ ਦਾ। ਤੇ ਕਿਉਂਕਿ ਮੈਂ ਡਾਕਟਰ ਨੂੰ ਵੀ ਦਿਖਾਇਆ, ਮੈਂ ਡਾਕਟਰ ਸਾਹਿਬ ਮੈਂ ਇੰਨੀ ਮਹਿੰਗੀ ਦਵਾਈ ਬਾਹਰੋਂ ਨਹੀਂ ਲੈ ਸਕਦੀ ਤੇ ਤੁਸੀਂ ਮੈਨੂੰ ਜਨ ਔਸ਼ਧੀਆਂ ਵਾਲੇ ਕੋਲੋਂ ਲੈਣ ਦਿਓ। ਤੇ ਉਹ ਕਹਿੰਦੇ ਠੀਕ ਹੈ ਤੁਸੀਂ ਲਿਆਓ। ਫਿਰ ਮੈਂ ਉਹਨਾਂ ਨੂੰ ਚੈੱਕ ਕਰਵਾਇਆ, ਕਹਿੰਦੇ ਠੀਕ ਹੈ ਦਵਾਈ ਤੁਸੀਂ ਖਾ ਸਕਦੇ ਹੋ। ਉਸ ਤੋਂ ਬਾਅਦ ਤੇ ਸਰ ਤੁਸੀਂ ਅੱਜ ਦਵਾਈ ਤੁਹਾਡੇ ਹੱਥ ਵਿੱਚ ਹੈ, ਤੁਸੀਂ ਇਹਦਾ ਕੀ ਕਰਨਾ? ਦਵਾਈਆਂ ਚੱਕੀਆਂ ਹੋਈਆਂ? ਸਰ ਮੈਂ 2002 ਚ ਮੇਰੀ ਬਾਈਪਾਸ ਸਰਜਰੀ ਹੋਈ ਅੱਛਾ। ਤੇ ਉਸ ਤੋਂ ਬਾਅਦ ਇਹ ਦਵਾਈਆਂ ਰਿਕਮੈਂਡਡ ਕਰਿਆ ਮੈਨੂੰ ਸਟੋਰਵਸਟਨ ਔਰ ਇਕੋ। ਤੇ ਇਹ ਬਾਹਰ ਦਵਾਈ ਮੈਨੂੰ ਕੋਈ ਮਤਲਬ 300 ਰੁਪਏ ਦੇ ਆਸ-ਪਾਸ ਪੈਂਦੀ ਸੀ। ਤੇ ਜਿਹੜਾ ਇਹ ਪੱਤਾ 300 ਦਾ ਇੱਕ ਮਿਲਦਾ ਸੀ ਤੁਹਾਨੂੰ? ਹਾਂਜੀ। ਤੇ ਉਹਰੇ ਕਿੰਨੇ ਦਾ ਮਿਲਿਆ? ਤੇ ਇਹ ਤਾਂ 20 ਰੁਪਏ ਦਾ ਮਿਲਦਾ ਜੀ ਇੱਥੇ। ਅੱਛਾ। ਮੈਨੂੰ ਬਹੁਤ ਫਾਇਦਾ ਜੀ ਇੱਥੇ। ਤੇ ਮੈਂ ਲਗਾਤਾਰ ਦਵਾਈ ਖਾਣੀ ਹੈ ਜੀ, ਮੈਂ ਸਮਝੋ 20 ਸਾਲ ਹੋ ਗਏ ਦਵਾਈ ਖਾਂਦੇ ਲਗਾਤਾਰ। ਇਹ ਜਦੋਂ ਖੁੱਲ੍ਹਾ ਮੈਨੂੰ ਬਹੁਤ ਫਾਇਦਾ ਹੋ ਗਿਆ ਜੀ। ਨਹੀਂ ਮੈਂ ਪਹਿਲਾਂ ਬੜਾ ਵਿੱਚ ਨੂੰ ਦਵਾਈ ਛੁੱਟ ਵੀ ਜਾਂਦੀ ਸੀ ਕਿਉਂਕਿ ਪੈਸੇ ਹੁੰਦੇ ਨਹੀਂ ਸੀ ਹੈਗੇ। ਹੁਣ ਪੈਸੇ ਚਲੋ ਘੱਟ ਹੈਗੇ ਆ, ਹੁਣ ਆਪਾਂ ਰੈਗੂਲਰ ਦਵਾਈ ਖਾਈਦੀ ਆ ਜੀ। ਇਸ ਕਰਕੇ ਆਪਾਂ ਤੇ ਤੁਸੀਂ ਕਿਤੇ ਨਾ ਕਿਤੇ ਲੱਗਦਾ ਹੈ ਵੀ ਜਿਹੜਾ ਬੰਦੇ ਦਵਾਈ ਦੇ ਕਾਰਨ ਜਾਂ ਪੈਸੇ ਘੱਟ ਕਰ ਦੇਣ, ਜਿਹੜੀ ਉਹਨਾਂ ਦਾ ਇਲਾਜ ਵਿੱਚ ਰਹਿ ਜਾਂਦਾ ਸੀ, ਤੇ ਉਹ ਤਕਰੀਬਨ ਇਹਨਾਂ ਦਵਾਈਆਂ ਖਾਣ ਦੇ ਨਾਲ ਪੂਰਾ ਹੋ ਸਕਦਾ? ਬਹੁਤ ਫਾਇਦਾ ਹੋਇਆ ਜੀ, ਖਾਸ ਤੌਰ ਤੇ ਸਾਡੇ ਵਰਗੇ ਬਜ਼ੁਰਗ ਆਦਮੀ ਜਿਨ੍ਹਾਂ ਕੋਲ ਕੋਈ ਇਨਕਮ ਸੋਰਸ ਨਹੀਂ ਹੈਗਾ, ਉਹਨਾਂ ਨੂੰ ਬਹੁਤ ਫਾਇਦਾ ਹੋਇਆ ਜੀ। ਕਿਉਂਕਿ ਪੈਸੇ ਹੁਣ ਇਨਕਮ ਦਾ ਕੋਈ ਹੈ ਨਹੀਂ, ਨੌਕਰੀ ਛੁੱਟੀ ਹੋਈ, ਕੋਈ ਪੈਨਸ਼ਨ ਨਹੀਂ ਮਿਲਦੀ। ਇਸ ਕਰਕੇ ਪੈਸੇ ਘੱਟ ਹੋਣ ਦੀ ਵਜ੍ਹਾ ਤੇ ਅਸੀਂ ਆਪਣਾ ਪ੍ਰੋਪਰ ਟ੍ਰੀਟਮੈਂਟ ਕਰ ਸਕਦੇ ਹਾਂ, ਦਵਾਈ ਪ੍ਰੋਪਰ ਖਾ ਸਕਦੇ ਹਾਂ ਜੀ, ਜਿਹਦੇ ਨਾਲ ਸਰੀਰ ਠੀਕ ਰਹਿ ਸਕਦਾ ਹੈ। ਦਵਾਈ ਛੁੱਟ ਜਾਊਗੀ ਫਿਰ ਸਾਡਾ ਕੋਈ ਕਿਹਨੇ ਪੁੱਛਣਾ ਜੀ, ਸਾਨੂੰ ਕੋਈ ਨਹੀਂ ਪੁੱਛਦਾ ਹੈ ਜੀ। ਇਸ ਕਰਕੇ ਸਾਨੂੰ ਬਹੁਤ ਬੈਨੀਫਿਟ ਆ ਜੀ। ਮੈਂ ਹੁਣ ਫੇਰ ਦਵਾਈ ਲੈਣ ਆਉਂਦਾ ਜੀ ਰੋਜ਼ ਕਰੀਬ, ਜਦੋਂ ਮੇਰੀ ਦਵਾਈ ਮੁੱਕ ਜਾਂਦੀ ਹੈ। ਮਤਲਬ ਇੱਥੇ ਵੀ ਰਸ਼ ਬਹੁਤ ਰਹਿੰਦਾ, ਇਸ ਕਰਕੇ ਮਤਲਬ ਦਵਾਈ ਘੱਟ ਹੋ ਜਾਂਦੀ ਹੈ। ਫਿਰ ਹਫ਼ਤੇ ਦਵਾਈ ਲਈ ਜਾਂਦੀ, ਹਫ਼ਤੇ ਬਾਅਦ ਫਿਰ ਲਈ ਜਾਂਦੀ ਹੈ ਜੀ। ਤੇ ਇੱਕ ਗੱਲ ਹੋਰ ਦੱਸੋ ਵੀ ਜਦੋਂ ਤੁਸੀਂ ਪਹਿਲਾਂ ਡਾਕਟਰ ਸਾਹਿਬ ਕੋਲ ਜਾਂਦੇ ਸੀ, ਉਹਨਾਂ ਨੇ ਤੁਹਾਨੂੰ ਕੀ ਇਹ ਕਿਹਾ ਵੀ ਤੁਸੀਂ ਬਾਹਰ ਮੈਡੀਕਲ ਸਟੋਰ ਤੋਂ ਲੈ ਕੇ ਸਾਨੂੰ ਦਵਾਈਆਂ ਦਿਖਾਓ? ਨਹੀਂ ਜੀ, ਮੈਨੂੰ ਕਦੇ ਨਹੀਂ ਕਿਹਾ ਹੈਗਾ। ਨਹੀਂ ਮਤਲਬ ਮੇਰਾ ਕਾਰਨ ਇਹ ਪੁੱਛਣ ਦਾ ਸੀ, ਕਈ ਡਾਕਟਰ ਸਾਹਿਬ ਦਵਾਈ ਲਿਖਦੇ ਆ ਔਰ ਇਹ ਕਹਿੰਦੇ ਵੀ ਬਾਹਰੋਂ ਲੈ ਕੇ ਆਓ ਸਾਨੂੰ ਦਿਖਾਓ। ਹਾਂ ਕਹਿੰਦੇ ਹੈਗੇ ਆ, ਪਰ ਦਵਾਈਆਂ ਸੇਮ ਹੈ, ਕੋਈ ਫਰਕ ਨਹੀਂ ਹੈਗਾ। ਸਾਲਟ ਸੇਮ ਹੈਗੇ, ਸਭ ਕੁਝ ਠੀਕ ਹੈਗਾ ਤੇ ਬੈਨੀਫਿਟ ਹੈਗਾ। ਕਿਉਂਕਿ ਜੇ ਹੁਣ ਦੇਖੋ ਮੈਂ ਇੰਨੀ ਦੇਰੀ ਦਵਾਈ ਖਾਂਦਾ ਪਿਆ, ਜੇ ਮੈਨੂੰ ਕੋਈ ਮੈਨੂੰ ਪ੍ਰੋਬਲਮ ਨਾ ਕੋਈ ਹੁੰਦੀ, ਮੈਂ ਅੱਜ ਵੀ ਫਿੱਟ ਹੈਗਾ। 20 ਸਾਲ ਦੀ ਮੇਰੀ ਬਾਈਪਾਸ ਸਰਜਰੀ ਹੋਈ ਹੈ ਜੀ। ਮੈਂ ਕਹਿਣਾ ਚਾਹੁੰਦੀ ਹਾਂ ਵੀ ਮੈਂ ਹੱਡੀਆਂ ਵਾਲੇ ਡਾਕਟਰ ਕੋਲ ਗਈ ਸੀ, ਉਹਨਾਂ ਨੂੰ ਮੈਂ ਇਹਨਾਂ ਦੀ ਦਵਾਈ ਦਿਖਾਈ, ਉਹਨਾਂ ਨੇ ਵਾਪਸ ਕਰਤੀ। ਉਹ ਕਹਿੰਦੇ ਇਹ ਦਵਾਈ ਨਹੀਂ ਲੈਣੀ, ਤੁਸੀਂ ਉੱਥੋਂ ਹੀ ਮਹਿੰਗੀ ਦਵਾਈ ਲਓ। ਉਹ ਦਵਾਈ ਉਹਨਾਂ ਨੇ ਲਿੱਤੀ। ਉਹ ਕਿਹੜੇ ਡਾਕਟਰ ਸਾਹਿਬ ਕੋਲ ਗਏ ਸੀ ਤੁਸੀਂ? ਡਾਕਟਰ ਜਿਹੜੇ ਅੰਦਰ ਹਸਪੀਟਲ, ਸਿਵਲ ਹਸਪੀਟਲ 'ਚ ਹੱਡੀਆਂ ਦੇ ਡਾਕਟਰ ਬੈਠੇ ਹੋਏ ਨੇ, ਮੈਨੂੰ ਨਾਮ ਨਹੀਂ ਉਹਨਾਂ ਦਾ ਪਤਾ, ਪਰ ਉਹਨਾਂ ਨੇ ਮੈਨੂੰ ਵਾਪਸ ਕਰਤਾ। ਫਿਰ ਉਹ ਕਹਿੰਦੇ ਉਹੀ ਦਵਾਈ ਲੈਣੀ ਆ, ਇਹ ਨਹੀਂ ਚੱਲਣੀ। ਉਹ ਤੁਸੀਂ ਕਿਹੜੇ ਮੈਡੀਕਲ ਸਟੋਰ ਤੋਂ ਲੈ ਕੇ ਗਏ ਆ? ਮੈਂ ਇੱਥੋਂ ਲੈ ਗਈ ਸੀ ਇਹਨਾਂ ਕੋਲੋਂ ਹੀ। ਜਦੋਂ ਤੁਸੀਂ ਡਾਕਟਰ ਸਾਹਿਬ ਨੇ ਦਵਾਈ ਲਿਖੀ, ਤੁਸੀਂ ਇੱਥੋਂ ਲੈ ਗਏ, ਡਾਕਟਰ ਸਾਹਿਬ ਨੇ ਤੁਹਾਨੂੰ ਮਨਾ ਕਰਤਾ ਵੀ ਇਹ ਵਾਲੀ ਦਵਾਈ ਨਹੀਂ, ਫਿਰ ਕਿਹੜੇ ਡਾਕਟਰ ਕਿਹੜੇ ਮੈਡੀਕਲ ਸਟੋਰ? ਜਿਹੜੀ ਮੈਂ ਲਿਖੀ, ਫਿਰ ਮੈਂ ਇਹਨਾਂ ਨੇ ਮੈਨੂੰ ਸਮਝਾਇਆ ਕਿ ਦਵਾਈ ਆਈ ਹੋਇਆ, ਡਾਕਟਰ ਇਹ ਨਹੀਂ ਮਨਜ਼ੂਰ ਕਰੇਗਾ, ਤੁਸੀਂ ਲੈ ਜਾਓ ਘਰ। ਮੈਂ ਫਿਰ ਉਹੀ ਦਵਾਈ ਲੈ ਕੇ ਚਲੀ ਗਈ ਸੀ ਘਰ। ਤੇ ਹੁਣ ਤੱਕ ਤੁਸੀਂ ਠੀਕ ਆ ਦਵਾਈ ਖਾ? ਹਾਂਜੀ ਹਾਂਜੀ ਬਿਲਕੁਲ ਠੀਕ ਆ। ਹਾਂਜੀ ਹਾਂ। ਡਾਕਟਰਾਂ ਦਾ ਜਿਹੜਾ ਐਕਚੁਅਲੀ ਕੁਝ ਕਮਿਸ਼ਨ ਵੀ ਹੈ ਬਾਹਰ, ਉਹ ਆਪਣਾ ਉਹਨਾਂ ਦਾ ਕਮਿਸ਼ਨ ਮਰਨ ਦੇ ਕਾਰਨ ਉਹ ਕਹਿੰਦੇ ਵੀ ਇੱਥੋਂ ਨਹੀਂ ਲੈਣੀ, ਤੁਸੀਂ ਉਹੀ ਦਵਾਈ ਉੱਥੋਂ ਹੀ ਲਓ, ਉਹਨਾਂ ਸਟੋਰ ਤੋਂ ਦਵਾਈ ਲਓ ਜੀ। ਨਹੀਂ ਪ੍ਰਾਈਵੇਟ ਡਾਕਟਰ ਦਾ ਤਾਂ ਮੰਨਿਆ ਜੀ ਅਸੀਂ, ਉਹ ਪ੍ਰਾਈਵੇਟ ਦਵਾਈ ਲਿਖ ਸਕਦੇ ਆ। ਜਿਹੜੇ ਸਰਕਾਰੀ ਡਾਕਟਰ ਬੈਠੇ ਆ ਉਹ ਵੀ ਇਹੀ ਕਰਦੇ ਆ? ਨਹੀਂ, ਸਰਕਾਰੀ ਡਾਕਟਰਾਂ ਕੋਲ ਲਾਲਚ ਨਹੀਂ ਹੈ ਜੀ। ਉਹ ਤਾਂ ਪੇਸ਼ੈਂਟ ਦਾ ਭਲਾ ਚਾਹੁੰਦੇ ਆ ਜੀ। ਉਹ ਕਹਿੰਦੇ ਦਵਾਈ ਜਿੱਥੋਂ ਮਰਜ਼ੀ ਲੈ ਲਓ। ਇਹਨਾਂ ਦਾ ਆਪਣਾ ਇੱਕ ਅੰਦਰ ਸਟੋਰ ਖੁੱਲਿਆ ਹੋਇਆ ਹਸਪੀਟਲ ਦੇ ਵਿੱਚ ਹੈਗਾ। ਜੇ ਉਹਨਾਂ ਨੂੰ ਕੋਈ objection, ਉਹ ਕਿਉਂ ਖੋਲਦੇ ਉੱਥੇ? ਉਹਨਾਂ ਨੂੰ ਕੋਈ objection ਨਹੀਂ ਹੈ। ਖਾਸ ਤੌਰ ਤੇ ਪ੍ਰਾਈਵੇਟ ਹਸਪੀਟਲ ਜਿਹੜੇ ਉਹ ਕਰਦੇ ਜੀ। ਤੇ ਮੈਡਮ ਤੁਹਾਡੇ ਹੱਥ 'ਚ ਵੀ ਇੱਕ ਨਾ ਪਰਚੀ ਹੈ, ਮੈਂ ਸਰਕਾਰੀ ਹਸਪਤਾਲ ਬਣਵਾ ਕੇ ਆਈ, ਅੱਖਾਂ ਚੈੱਕ ਕਰਵਾਈਆਂ, ਉਹਨਾਂ ਨੇ ਸਾਨੂੰ ਦਵਾਈ ਲਿਖ ਕੇ ਦਿੱਤੀ ਹੈ। ਪਰ ਉਹਨਾਂ ਦਾ ਇਹ ਨਹੀਂ ਕਹਿਣਾ ਕਿ ਜਿੱਥੋਂ ਮਰਜ਼ੀ ਲਓ, ਆਪਾਂ ਨੂੰ ਸੂਟ ਹੀ ਇੱਥੇ ਕਰਦੀ, ਇੱਕ ਸਸਤੀ ਵੀ ਹੈ, ਇੱਕ ਵਧੀਆ ਵੀ ਹੈ, ਤੇ ਅਸੀਂ ਬਹੁਤ ਖੁਸ਼ ਹਾਂ ਦਵਾਈ ਲੈ ਕੇ। ਮੈਂ ਤਾਂ ਦੇਖੋ ਹੁਣੇ ਲਿਖਵਾ ਕੇ ਆਈ ਹਾਂ ਪਰਚੀ, ਹੁਣੇ ਚੈੱਕਅਪ ਹੋਇਆ ਮੇਰਾ ਅੱਖਾਂ ਦਾ ਸਰਕਾਰੀ ਹਸਪਤਾਲ ਤੋਂ, ਔਰ ਮੈਂ ਇੱਥੋਂ ਦਵਾਈ ਹੀ ਲੈ ਕੇ ਜਾਣੀ, ਔਰ ਮੈਂ ਲੈ ਕੇ ਵੀ ਜਾਣੀ ਹੈ, ਔਰ ਇੱਥੇ ਰਹਿਣੀ ਵੀ ਹੈ, ਔਰ ਫਿਰ ਉਸ ਤੋਂ ਬਾਅਦ ਮੈਂ ਬਟਾਲੇ ਵੀ ਲੈ ਕੇ ਜਾਣੀ। ਤੇ ਜੇ ਤੁਸੀਂ ਸਾਡੇ ਜੀ ਸਟਾਰ ਟੀਵੀ ਤੋਂ ਜਿਹੜੇ ਦਰਸ਼ਕ ਦੇਖਣਗੇ ਇਸ ਦਵਾਈ ਨੂੰ, ਤੇ ਤੁਸੀਂ ਉਹਨਾਂ ਨੂੰ ਕੀ ਕਹੋਗੇ ਵੀ ਤੁਸੀਂ ਬਾਹਰੋਂ ਦਵਾਈ ਲਓ ਜਾਂ ਇਹਨਾਂ ਤੋਂ ਸਸਤੀ ਦਵਾਈ? ਮੈਂ ਤੇ ਇਹੀ ਕਹੂੰਗੀ ਤੁਸੀਂ ਚੈੱਕ ਕਰ ਲਓ, ਬਾਹਰੋਂ ਜਦੋਂ ਛਿੱਲ ਲਵਾਉਣ ਹਟ ਜਾਓਗੇ ਫਿਰ ਤੁਸੀਂ ਇੱਥੇ ਆ ਜਾਓਗੇ ਮੇਰੇ ਵਾਂਗ। ਜਿਹੜਾ ਮੈਂ 50 ਰੁਪਏ ਦਾ ਪੱਤਾ ਬਾਹਰੋਂ ਲਿਆ, ਮੈਂ ਹੁਣੇ ਦਿਖਾਇਆ ਤੁਹਾਨੂੰ, ਉਹ ਮੈਨੂੰ ਇਹ 17 ਰੁਪਏ ਦਾ ਮੈਡਮ ਨੇ ਦਿੱਤਾ। ਤੇ ਦੇਖੋ ਮੈਨੂੰ ਕਿੰਨਾ ਫਾਇਦਾ ਹੋਇਆ। ਮੈਂ ਤਾਂ 10 ਜਣਿਆਂ ਨੂੰ ਹੋਰ ਕਹਾਂਗੀ ਕਿ ਇਹ ਸਾਡੇ ਵਾਸਤੇ ਹੀ ਨੇ, ਇਹ ਗਰੀਬਾਂ ਵਾਸਤੇ ਵੀ ਹੈ, ਅਮੀਰਾਂ ਵਾਸਤੇ ਵੀ। ਤੁਸੀਂ ਪਾਕਟ ਮਨੀ ਬਚਾਓ ਜ਼ਰੂਰ ਆਪਣੀ। ਇਦਾਂ ਦਾ ਕੋਈ ਨਹੀਂ ਕਹਿੰਦੇ ਵੀ ਜਿਹੜਾ ਜ਼ਿਆਦਾ ਪੈਸੇ ਵਾਲਾ ਉਹਨੂੰ ਇਹ ਦਵਾਈ ਨਹੀਂ ਦੇਣੀ, ਫ੍ਰੀ ਨੂੰ ਦੇਣੀ। ਇੱਥੇ ਤੇ ਸਾਰੇ ਇੱਕੋ ਲਾਈਨ 'ਚ ਲੱਗੇ, ਰਾਜੇ ਵੀ ਤੇ ਮਹਾਰਾਜੇ ਵੀ, ਸਾਰੇ ਇੱਕੋ ਜਿਹੇ ਨੇ। ਤੇ ਤੁਸੀਂ ਦੇਖਿਆ ਇਹ ਜਨ ਔਸ਼ਧੀ ਜਿਹੜੀ ਦੇ ਉਰੇ ਸ਼ਾਪ ਖੁੱਲੀ ਹੋਈ ਹੈ, ਤੇ ਅਸੀਂ ਉਹਦੇ ਵਿੱਚ ਕਾਫੀ ਪੇਸ਼ੈਂਟਾਂ ਨਾਲ ਵੀ ਤੁਹਾਨੂੰ ਗੱਲ ਕਰਕੇ ਦੱਸੀ ਹੈ। ਤੇ ਸਾਡੇ ਨਾਲ ਇੱਕ ਹੋਰ ਬਜ਼ੁਰਗ ਮਾਤਾ ਜੀ ਇੱਕ ਸਾਡੇ ਨਾਲ ਹੈਗੇ। ਮਾਤਾ ਜੀ ਤੁਹਾਨੂੰ ਕੀ ਪ੍ਰੋਬਲਮ ਹੈ? ਮੈਂ ਤਾਂ ਪੁੱਤ ਆਪਣੇ ਮੁੰਡੇ ਦੀ ਦਵਾਈ ਲੈਣ ਆਈ ਹਾਂ, ਉਹਦਾ ਗੋਡਾ ਟੁੱਟ ਗਿਆ ਤਾਂ। ਤੇ ਤੁਹਾਨੂੰ ਤੁਸੀਂ ਕੀ ਲੈਣ ਆਏ ਹੋਏ ਹੋ? ਦਵਾਈ ਲੈਣੇ। ਦਵਾਈ ਲੈਣ ਆਏ ਆ। ਇਹ ਦਵਾਈ ਤੁਸੀਂ ਪਹਿਲਾਂ ਬਾਹਰ ਵੀ ਲੈਂਦੇ ਸੀ? ਹਾਂ ਬਾਹਰ ਲੈਂਦੇ। ਇਹ ਕਿੰਨੇ ਕੁ ਦੀ ਤੁਹਾਨੂੰ ਜਿਹੜੀ ਦਵਾਈ ਬਾਹਰ ਮਿਲਦੀ ਸੀ?
ਪੈਸੇ ਕਾਫੀ ਡਿਸਕਾਊਂਟ ਤੇ ਮਿਲ ਰਹੀ ਹੈ ਸਾਨੂੰ। ਨਹੀਂ, ਜਿਹੜੀ ਤੁਸੀਂ ਬਾਹਰ ਦਵਾਈ ਲੈਂਦੇ ਸੀ ਕਿੰਨੇ ਕੁ ਦੀ ਮਿਲਦੀ ਸੀ ਔਰ ਕਿੰਨੇ ਦੀ ਮਿਲੀ, ਕੁਝ ਆਈਡੀਆ ਦੇ ਸਕਦੇ? ਜਿਹਦਾ ਮਤਲਬ 2000 ਦੀ ਤੇ ਇੱਥੇ 1000 ਦੀ ਤੋਂ ਘੱਟ ਮਿਲ ਜਾਂਦੀ ਸੀ। ਮਤਲਬ ਜਿਹੜੀ ਤੁਸੀਂ 2000 ਦੀ ਦਵਾਈ ਖਾਂਦੇ ਸੀ ਉਹ 1000 ਤੋਂ ਵੀ ਘੱਟ ਉਰੇ ਮਿਲਦੀ ਹੈ। ਮਿਲਦੀ ਆ, ਹਾਂਜੀ। ਇਹ ਪੱਕੀ ਗੱਲ ਹੈ ਕਿ ਝੂਠ ਪੱਕੀ ਗੱਲ ਬੋਲਦੇ? ਨਹੀਂ, ਪੱਕੀ ਗੱਲ ਹੈ। ਪੱਕੀ ਗੱਲ ਹੈ? ਹਾਂਜੀ। ਠੀਕ ਹੈ ਜੀ, ਠੀਕ ਹੈ। ਤੇ ਤੁਸੀਂ ਦੇਖਿਆ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਮਰੀਜ਼ਾਂ ਦਾ, ਔਰ ਆਪਣੇ ਜ਼ੁਬਾਨੀ ਉਹ ਕਹਿੰਦੇ ਆ ਵੀ ਇਹ ਦਵਾਈ 'ਚ ਕੋਈ ਇਦਾਂ ਫਰਕ ਨਹੀਂ ਹੈਗਾ, ਵੀ ਕਈ ਦੇ ਮਨ 'ਚ ਇਹ ਹੁੰਦਾ ਹੈ ਵੀ ਦਵਾਈ ਮਹਿੰਗੀ ਹੀ ਜ਼ਿਆਦਾ ਕੰਮ ਕਰਦੀ ਹੈ, ਜਿਹੜੀ ਘੱਟ ਰੇਟ ਵਾਲੀ ਦਵਾਈ ਆ ਉਹ ਵੀ ਪੂਰਾ ਕੰਮ ਕਰਨਗੀ। ਸਰ ਅੱਜ ਕੀ ਫੰਕਸ਼ਨ ਬਣਾ ਰਹੇ ਹੋ? ਇਹ ਜੋ ਜਨ ਔਸ਼ਧੀ ਜਿਹੜੇ ਹੈਗੇ ਆ ਸਟੋਰ, ਜਿਹੜੇ ਪ੍ਰਧਾਨ ਮੰਤਰੀ ਦੀ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਹੈਗੇ ਆ, ਸਾਡੇ ਇੱਥੇ ਸਿਵਲ ਹਸਪੀਟਲ 'ਚ ਵੀ ਹੈਗਾ ਆ। ਇੱਥੇ ਜਿਹੜੀਆਂ ਅੱਛੀਆਂ ਕੰਪਨੀਆਂ ਹੈਗੀਆਂ ਆ, ਉਹ ਜੈਨਰਿਕ ਮੈਡੀਸਨ ਇੱਥੋਂ ਮਿਲਦੀ ਹੈ ਬਹੁਤ ਸਸਤੇ ਭਾਅ 'ਤੇ। ਵਧੀਆ ਕੰਪਨੀਆਂ ਜਿੱਦਾਂ ਰੈਨਵੈਕਸੀ ਹੋ ਗਈ, ਇੰਟਾਸ ਹੋ ਗਿਆ, ਸਿਪਲਾ ਹੋ ਗਈ, ਹੋਰ ਵੀ ਡਾਕਟਰ ਮੋਰਨ ਕੰਪਨੀ ਜਿਹੜੀ ਹੈਗੀ ਆ, ਉਹ ਇੱਥੇ ਜਿਹੜੀ ਆ ਬਹੁਤ ਹੀ ਘੱਟ ਰੇਟਾਂ 'ਤੇ, ਜਿਹੜੀ ਵਾਜਬ ਰੇਟ 'ਤੇ ਵਧੀਆ ਦਵਾਈ ਜਿਹੜੀ ਹੈਗੀ ਆ ਉਹ ਮਿਲਦੀ ਹੈਗੀ ਆ। ਇਹ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਆ, ਸਾਡੇ ਡਾਕਟਰ ਸਾਹਿਬਾਨ, SMO ਸਾਹਿਬਾਨ ਵੱਲੋਂ, ਬਾਕੀ ਜਿਹੜੇ ਸਾਡੇ DMC ਵੀ ਹੈਗੇ ਆ, ਬਾਕੀ ਹੋਰ ਸਾਰਾ ਸਟਾਫ ਜਿਹੜਾ ਹੈਗਾ ਆ। ਮੈਂ ਇਹਨਾਂ ਨੂੰ ਅਪੀਲ ਕਰਦਾ ਹੈਗਾ ਆ ਕਿ ਜਿਹੜੇ ਸਾਡੇ ਡਾਕਟਰ ਆ ਵੱਧ ਤੋਂ ਵੱਧ ਜਿਹੜੀਆਂ ਦਵਾਈਆਂ ਹੈਗੀਆਂ ਆ ਉਹ ਜਨ ਔਸ਼ਧੀ ਸਟੋਰ ਵਾਲੀਆਂ ਜਿਹੜੀਆਂ ਉਹੀ ਲਿਖਣ, ਕਿ ਬਾਹਰ ਵਾਲੀ ਦਵਾਈ ਜਿਹੜੀ ਆ ਕੋਈ ਮਹਿੰਗੀ ਦਵਾਈ ਮਰੀਜ਼ਾਂ ਨੂੰ ਨਾ ਲਿਖਣ, ਕਿਉਂਕਿ ਇੱਥੇ ਜਿਹੜੇ ਵੀ ਮਰੀਜ਼ ਆਉਂਦੇ ਹੈਗੇ ਆ, ਗਰੀਬ ਲੋਕ ਆਉਂਦੇ ਹੈਗੇ ਆ। ਸਰਕਾਰ ਵੱਲੋਂ ਇਹ ਸਟੋਰ ਜਿਹੜੇ ਇਸੇ ਪਰਪਸ ਵਾਸਤੇ ਖੋਲ੍ਹੇ ਸੀਗੇ ਕਿ ਜਿਹੜੀਆਂ ਮੈਡੀਸਨਸ ਵਧੀਆ ਕੰਪਨੀਆਂ ਦੀ ਜਿਹੜੀਆਂ ਹੈਗੀਆਂ ਜੈਨਰਿਕ ਮੈਡੀਸਨ ਉਹ ਇੱਥੋਂ ਉਪਲਬਧ ਕਰਾਈਆਂ ਜਾਣ, ਤਾਂ ਜੋ ਗਰੀਬ ਤੋਂ ਗਰੀਬ ਵੀ ਲੋਕ ਜਿਹੜੇ ਹੈਗੇ ਆ ਵਧੀਆ ਕੰਪਨੀ ਦੀ ਦਵਾਈ ਲੈ ਕੇ ਆਪਣੀ ਬਿਮਾਰੀ ਦਾ ਇਲਾਜ ਕਰਾ ਸਕਣ। ਸਰ ਗੱਲ ਇੱਕ ਹੋਰ ਨਿਕਲ ਕੇ ਆਉਂਦੀ ਹੈ, ਕੁਝ ਜਿਹੜਾ ਡਾਕਟਰ ਸਾਹਿਬ ਵੱਲੋਂ ਜਿਹੜੀ ਪਰਚੀ ਲਿਖੀ ਜਾਂਦੀ ਆ ਉਹ ਕਿਹਾ ਵੀ ਜਾਂਦਾ ਵੀ ਬਾਹਰ ਤੋਂ ਲੈ ਕੇ ਸਾਨੂੰ ਦਿਖਾਇਆ ਜਾਵੇ, ਉਹਦਾ ਕੀ ਹੈ? ਨਹੀਂ, ਇਸ ਤਰ੍ਹਾਂ ਦਾ ਤਾਂ ਕੋਈ ਮੇਰੇ ਨੋਟਿਸ ਵਿੱਚ ਹਜੇ ਤੱਕ ਤਾਂ ਨਹੀਂ ਆਇਆ ਹੈਗਾ। ਜੇ ਕੋਈ ਆਏਗਾ ਤਾਂ ਮੈਂ ਉਹਨਾਂ ਨੂੰ ਹਦਾਇਤ ਕਰੂੰਗਾ SMO ਸਾਹਿਬਾਨ ਨੂੰ ਕਿ ਆਪਣੇ ਜਿੰਨੇ ਵੀ ਡਾਕਟਰ ਹੈਗੇ ਆ ਉਹਨਾਂ ਨੂੰ ਹਦਾਇਤ ਜਾਰੀ ਕਰਨ ਕਿ ਜਿਹੜੀ ਵੀ ਮੈਡੀਸਨ ਹੈਗੀ ਆ ਉਹ ਆਪਣੀ ਅੰਦਰੋਂ ਲਿਖਣ, ਔਰ ਜਨ ਔਸ਼ਧੀ ਸਟੋਰ ਤੋਂ ਜਿਹੜੀ ਹੈਗੀ ਉਪਲਬਧ ਘੱਟ ਰੇਟ 'ਤੇ ਆ ਉਹੀ ਲਿਖੀ ਜਾਵੇ। ਧੰਨਵਾਦ ਸਰ ਤੁਹਾਡਾ ਬਹੁਤ ਬਹੁਤ। ਤੇ ਅਸੀਂ ਇਸ ਟਾਈਮ ਰੋਪੜ ਦੇ ਜਿਹੜਾ ਬਿਲਕੁਲ ਹਸਪੀਟਲ ਦੇ ਸਾਹਮਣੇ ਜਿਹੜੀ ਉਹਨਾਂ ਦੀ ਦੁਕਾਨ ਹੈ ਉੱਥੇ ਪਹੁੰਚੇ ਆ। ਤੇ ਸਰ ਆਪਾਂ ਗੱਲ ਕਰੀਏ ਜਨ ਔਸ਼ਧੀ ਜਿਹੜੀ ਸਕੀਮ ਹੈ ਇਹ ਕੀ ਹੈ? ਜਨ ਔਸ਼ਧੀ ਸਕੀਮ ਦੇ ਪ੍ਰਧਾਨ ਮੰਤਰੀ ਦੀ ਸਕੀਮ ਹੈ। ਇਹਦੇ ਤਹਿਤ ਪ੍ਰਧਾਨ ਮੰਤਰੀ ਨੂੰ ਡਿਟੇਲ 'ਚ ਪ੍ਰਧਾਨ ਮੰਤਰੀ ਜਨ ਔਸ਼ਧੀ ਭਾਰਤੀ ਜਨ ਔਸ਼ਧੀ ਸਕੀਮ ਦਾ ਇਹਦਾ ਨਾਮ ਪੂਰਾ ਨਾਂ ਹੈ। ਠੀਕ ਹੈ ਜੀ। ਇਹਦੇ ਵਿੱਚ ਜਿਹੜੀਆਂ ਦਵਾਈਆਂ 50 ਤੋਂ 90% ਰੇਟ 'ਤੇ ਰਹਿਤ ਮਿਲਦੀਆਂ। ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋ ਰਿਹਾ? ਲੋਕਾਂ ਨੂੰ 50 ਤੋਂ 90% ਤੱਕ ਦਾ ਫਾਇਦਾ ਹੈ। ਮਤਲਬ ਜਿਨ੍ਹਾਂ ਦੀ ਦਵਾਈ ਪਹਿਲਾਂ 2000 ਦੀ ਆਂਦੀ ਸੀ ਉਹ ਕਾਫੀ ਘੱਟ ਹੋਇਆ। ਉਹ 600-700 ਰੁਪਏ ਆ ਗਈ। ਓਕੇ, ਠੀਕ ਹੈ। ਤੇ ਜਨ ਔਸ਼ਧੀ ਦੇ ਜਿਹੜੇ ਸਾਡੇ ਭਾਰਤ ਵਿੱਚ ਕਿੰਨੇ ਕੁ ਕੇਂਦਰ ਖੁੱਲ ਚੁੱਕੇ ਆ? ਹੁਣ ਤੱਕ 8600 ਕੇਂਦਰ ਖੁੱਲ ਚੁੱਕੇ ਹੈ ਜੀ। ਕਿਉਂਕਿ 2008 ਵਿੱਚ ਇਹ ਸਕੀਮ ਸ਼ੁਰੂ ਹੋਈ ਸੀ, ਉਸ ਵੇਲੇ ਤਕਰੀਬਨ ਮੇਰੇ ਖਿਆਲ 1400-1500 ਸੈਂਟਰ ਸੀ। ਹੁਣ ਦਾ ਅੰਦਾਜ਼ਾ ਜਿਹੜਾ ਹੈ ਨਾ ਉਹ 8600 ਸੈਂਟਰ ਹੈ। ਲੋਕ ਇਹਨਾਂ ਤੋਂ ਫਾਇਦਾ ਉਠਾ ਰਹੇ। ਤੇ ਰੋਪੜ ਵਿੱਚ ਤੁਹਾਡਾ ਜਿਹੜਾ ਇਹ ਕਦੋਂ ਦਾ ਜਿਹੜਾ ਸੈਂਟਰ ਖੋਲਿਆ ਔਰ ਕੌਣ ਉਰੇ ਜਿਹੜਾ ਉਦਘਾਟਨ ਕਰਨਾ ਸੀ? ਸਾਡਾ ਸੈਂਟਰ ਰੋਪੜ ਦੇ ਵਿੱਚ 9/9/2020 ਨੂੰ ਖੁੱਲਿਆ, ਤੇ ਜਿਸ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਤੇ ਜਨ ਔਸ਼ਧੀ ਜਿਹੜਾ ਕੇਂਦਰ ਹੈ ਉਹ ਰੋਪੜ ਵਿੱਚ ਕਿਵੇਂ ਤੁਹਾਡੇ ਸੁਝਾਅ ਆਇਆ ਵੀ ਕਿਵੇਂ ਖੋਲ੍ਹਣਾ ਚਾਹੀਦਾ, ਕਿਵੇਂ ਜਿਹੜੀ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ? ਜਦੋਂ 2019 ਕੋਵਿਡ ਚੱਲਿਆ ਤਾਂ ਲੋਕ ਬੇਕਾਰ ਹੋ ਗਏ, ਵਿਹਲੇ ਹੋ ਗਏ, ਕਿਉਂਕਿ ਕੰਮ ਤੇ ਜਾ ਨਹੀਂ ਸੀ ਸਕਦੇ, ਲੋਕਾਂ ਕੋਲ ਸੋਰਸ ਆਫ ਇਨਕਮ ਹੈ ਨਹੀਂ ਸੀ। ਤੇ ਦਿਮਾਗ 'ਚ ਇੱਕ ਵਿਚਾਰ ਉੱਠਿਆ ਬਈ ਕਿਸ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾਵੇ। ਤੋ TV ਤੇ ਦੇਖ ਕੇ ਆਨਲਾਈਨ ਅਪਲਾਈ ਕੀਤਾ, ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਖੋਲ੍ਹਣ ਦੀ, ਸੈਂਟਰ ਖੋਲ੍ਹਣ ਦੀ। ਪੰਜਾਬ ਸਟੇਟ ਡਰੱਗ ਕੰਟਰੋਲਰ ਪੰਜਾਬ ਦੇ ਦਫ਼ਤਰ ਨੇ ਵੀ ਮਨਜ਼ੂਰੀ ਦੇ ਦਿੱਤੀ। ਅਸੀਂ ਜਨ ਔਸ਼ਧੀ ਕੇਂਦਰ ਖੋਲ੍ਹ ਲਿਆ ਅਤੇ ਲੋਕਾਂ ਦੇ ਘਰਾਂ ਵਿੱਚ, ਕਿਉਂਕਿ ਕਰਫਿਊ ਕਰਕੇ ਬਾਹਰ ਨਹੀਂ ਸੀ ਆ ਸਕਦੇ, ਲੋਕਾਂ ਦੇ ਘਰਾਂ 'ਚ ਵੀ ਦਵਾਈਆਂ ਸਪਲਾਈ ਕੀਤੀਆਂ ਔਰ ਲੋਕਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਤੇ ਜਿਵੇਂ ਕਿ ਤੁਹਾਡਾ ਬਹੁਤ ਵੱਡਾ ਉਪਰਾਲਾ ਰਿਹਾ, ਤੁਸੀਂ ਕਰੋਨਾ ਦੇ ਕਾਲ ਦੇ ਵਿੱਚ ਜਿਵੇਂ ਕਿ ਤੁਸੀਂ ਦੱਸਿਆ ਦਵਾਈਆਂ ਦਾ ਕਿਤੇ ਘੱਟ ਰੇਟ ਦਿੱਤਾ ਸੀ ਔਰ ਦਵਾਈਆਂ ਉੱਥੇ ਪਹੁੰਚਾਈਆਂ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਤੇ ਆਮ ਲੋਕ ਇਸ ਦਵਾਈਆਂ ਨੂੰ ਅਦਰਵਾਈਜ਼ ਕੋਈ ਲੈ ਕੇ ਜਾਂਦਾ ਹੈ ਤੇ ਉਹਨਾਂ ਨੂੰ ਸੂਟੇਬਲ ਜਾਂ ਉਹਨਾਂ ਨੂੰ ਦਵਾਈ ਵਾਪਸ ਕਰਨੀ ਹੋਵੇ, ਕਿਆ ਤੁਸੀਂ ਉਹ ਸਾਰੀ ਵਾਪਸ ਕਰ ਲੈਂਦੇ? ਦੇਖੋ ਕਈ ਦਫਾ ਇਸ ਤਰ੍ਹਾਂ ਹੁੰਦਾ ਹੈ, ਸਾਲਟ ਸਾਰਾ ਦਾ ਸੇਮ ਹੈ, ਲੇਕਿਨ ਕਈ ਦਫਾ ਕੋਈ ਡਾਕਟਰ ਕਹਿ ਦਿੰਦਾ ਜਾਂ ਕੋਈ ਜਿੱਥੋਂ ਕਿਤੋਂ ਲਿਖਾ ਕੇ, ਪਿੰਡ ਤੋਂ ਸ਼ਹਿਰ ਤੋਂ ਜਿੱਥੋਂ ਲਿਖਾ ਕੇ ਲਿਆਂਦਾ ਵੀ ਇਹ ਦਵਾਈ ਨਹੀਂ ਜੀ, ਅਸੀਂ ਕਹਿੰਦੇ ਜੀ ਸਦਕੇ ਵਾਪਸ ਕਰ ਜਾਓ।
ਸਰਕਾਰੀ ਡਿਪੋ ਸਾਨੂੰ ਕੋਈ ਫਰਕ ਨਹੀਂ ਪੈਣਾ, ਵਾਪਸ ਕਰੋ ਜਦ ਮਰਜ਼ੀ ਕਰੋ, ਪਰ ਪੱਤਾ ਤੁਹਾਡਾ ਖੁੱਲ੍ਹਾ ਨਾ ਹੋਵੇ। ਅੱਜ ਲੈ ਜਾਓ ਕੱਲ ਮੋੜ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ, ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ। ਤੇ ਇਹਦੇ ਵਿੱਚ ਜਿਵੇਂ ਕਿ ਤੁਸੀਂ 2020 ਦਾ ਖੋਲ੍ਹਿਆ ਹੋਇਆ 9/9/2020 ਦਾ ਖੋਲ੍ਹਿਆ ਹੋਇਆ, ਹੁਣ ਤੱਕ ਤੁਹਾਡੇ ਕੋਲ ਕਿੰਨੇ ਕੁ ਜਿਹੜੇ ਪੇਸ਼ੈਂਟ ਆਉਂਦੇ ਆ ਔਰ ਤੁਹਾਨੂੰ ਕਿੰਨਾ ਕੁ ਰਿਸਪੌਂਸ ਜਿਹੜਾ ਉਹਨਾਂ ਨੂੰ ਅਸੀਸਾਂ ਜਿਹੜੀਆਂ ਮਿਲੀਆਂ? ਤਕਰੀਬਨ 400 ਪੇਸ਼ੈਂਟ ਰੋਜ਼ ਆਉਂਦਾ ਹੈ ਤੇ ਅਸੀਂ ਜਿਹੜਾ ਇਹਦਾ ਮੈਡੀਕਲ ਚੈੱਕਅਪ ਵਗੈਰਾ ਫ੍ਰੀ ਰੱਖਿਆ ਹੋਇਆ। ਕੀ ਜਿਹੜਾ ਤੁਸੀਂ ਫ੍ਰੀ ਦਿੰਦੇ ਹੋ? ਫ੍ਰੀ ਤਾਂ ਜਿਹੜਾ ਮੈਡੀਕਲ ਚੈੱਕਅਪ ਫ੍ਰੀ ਹੈ, ਬਾਕੀ ਜਿਹੜੀਆਂ ਦਵਾਈਆਂ ਉਹ 50 ਤੋਂ 90% ਤੱਕ ਰਹਿਤ ਹੈ। ਲੋਕੀ ਇਹਦਾ ਫਾਇਦਾ ਉਠਾ ਰਹੇ ਆ। ਜਿਹੜੇ ਇਹ ਮੰਨ ਕੇ ਚੱਲੋ ਵੀ ਜਿਹੜਾ ਸਾਡੇ ਕੋਲ 20 ਰੁਪਏ ਦਾ ਪੱਤਾ ਹੈ ਉਹ ਬਾਜ਼ਾਰ 100 ਰੁਪਏ ਦਾ, ਉਹ ਇਸ ਕਰਕੇ ਕਿ ਕਿਸੇ ਬ੍ਰਾਂਡਡ ਕੰਪਨੀ ਦੇ ਖਰਚੇ ਵੀ ਪੈਂਦੇ ਆ। ਇੱਥੇ ਸਿੱਧੀ ਸਪਲਾਈ ਆਣੀ ਹੈ, ਸਿੱਧੀ ਜਾਣੀ ਹੈ ਤੇ ਕੋਈ ਖਰਚਾ ਨਹੀਂ ਪੈਂਦਾ। ਇਹ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ, ਜਿਵੇਂ ਕਿ ਤੁਸੀਂ 90% ਜਿਹੜਾ ਡਿਸਕਾਊਂਟ ਦਿੱਤਾ ਗਿਆ, ਤੇ ਕਿਆ ਜਿਹੜੇ ਮੈਡੀਕਲ ਸਟੋਰ ਵਾਲੇ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਜਲਨ ਹੋਏਗੀ ਕਿਉਂਕਿ ਸਾਡੀ ਜਿਹੜੀ ਇਨਕਮ ਹੈ ਉਹ ਕਾਫੀ ਜਿਹੜੀ ਕੱਟੀ ਹੋਣੀ ਹੈ? ਸਾਡੇ ਕੋਲ ਸਾਡੀ ਕਿਸੇ ਕੈਮਿਸਟ ਨਾਲ ਕੋਈ ਉਹ ਨਹੀਂ ਹੈ, ਕੋਈ ਲਾਗ ਡਾਟ ਨਹੀਂ ਹੈ, ਕਿਉਂਕਿ ਸਾਡੀਆਂ ਦਵਾਈਆਂ ਤਾਂ ਪ੍ਰਧਾਨ ਮੰਤਰੀ ਜਨ ਔਸ਼ਧੀ ਸਕੀਮ ਦੀਆਂ, ਇਹ ਸਰਕਾਰੀ ਦਵਾਈਆਂ ਪ੍ਰਾਈਵੇਟ ਬਾਜ਼ਾਰ ਤਾਂ ਹੈ ਹੀ ਨਹੀਂ। ਸਾਡਾ ਉਹਨਾਂ ਨਾਲ ਕੋਈ ਕੰਪੈਰੀਜ਼ਨ ਹੀ ਨਹੀਂ ਹੈ। ਸਾਡਾ ਕਿਸੇ ਨਾਲ ਕੋਈ ਕਿਸੇ ਕਿਸਮ ਦਾ ਕੋਈ ਵੈਰ ਵਿਰੋਧ ਨਹੀਂ ਹੈ। ਜਿਹਦੀ ਮਰਜ਼ੀ ਲੈ ਜਾ, ਜਿਹਦੀ ਮਰਜ਼ੀ ਨਾਲ ਜਾ। ਅੱਜ ਕਹਿੰਦੇ ਜੋ ਕਹਿੰਦਾ ਮੈਂ ਬਾਜ਼ਾਰੋਂ ਲੈਣੀ ਹੈ, ਮੈਂ ਬਾਜ਼ਾਰੋਂ ਲੈ ਲਓ। ਸਾਡੀ ਦਵਾਈ ਦੇ ਜਾਓ, ਬਾਜ਼ਾਰੋਂ ਲੈ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਠੀਕ ਹੈ। ਤੇ ਅਦਰਵਾਈਜ਼ ਜਿੱਦਾਂ ਹੁਣ ਸਾਡੀ ਜੀ ਸਟਾਰ ਟੀਮ ਤੋਂ ਅਸੀਂ ਪਹਿਲਾਂ ਵੀ ਤੁਹਾਡੀ ਕਵਰੇਜ ਕੀਤੀ ਸੀ, ਤੇ ਉਹ ਤੁਹਾਡੇ ਕੋਲ ਜਿਹੜੇ ਪਹੁੰਚਦੇ ਆ ਤਾਂ ਤੁਹਾਡਾ ਆਪਣਾ ਨੰਬਰ ਹੈ ਜਿਹੜਾ ਜ਼ਰੂਰ ਮੈਂਸ਼ਨ ਕਰੋ। ਜੇ ਤੁਹਾਡੇ ਕੋਲ ਕੋਈ ਆਉਂਦਾ ਹੈ ਬਾਹਰ ਤੋਂ ਆਉਂਦਾ ਹੈ, ਜਿਵੇਂ ਕਿ ਨਹੀਂ ਪਤਾ ਲੱਗਦਾ, ਰੋਪੜ ਵਾਸੀ ਨੂੰ ਤਾਂ ਇਲਾਕੇ ਨਿਵਾਸੀ ਨੂੰ ਪਤਾ ਹੈ, ਤੁਹਾਡੀ ਇੰਟਰਵਿਊ ਦੇਖਣ ਤੇ ਕੋਈ ਬਾਹਰ ਦਾ ਕੋਈ ਬੰਦਾ ਆਉਂਦਾ ਤੁਹਾਡੇ ਕੋਲ, ਫੋਨ ਨੰਬਰ ਕੋਈ ਮੰਗਦਾ ਹੈ ਤਾਂ ਤੁਸੀਂ ਆਪਣਾ ਨੰਬਰ ਹੈ ਜਿਹੜਾ ਜ਼ਰੂਰ ਮੈਂਸ਼ਨ ਕਰੋ। ਨੰਬਰ ਸਾਡੇ ਜਿਹੜਾ ਸਾਡਾ ਵਿਜ਼ਿਟਿੰਗ ਕਾਰਡ ਹੈ ਇਹਦੇ ਉੱਤੇ 98728 22722 83600 32224 ਇਹ ਨੰਬਰ ਛਪੇ ਹੋਏ ਹੈ। ਔਰ ਆਮ ਤੌਰ ਤੇ ਅਸੀਂ ਜਿਹੜੇ ਸਾਡੇ ਕੋਲ ਬੰਦੇ ਆਉਂਦੇ ਆ, ਪੇਸ਼ੈਂਟ ਆਉਂਦੇ ਆ, ਉਹਨਾਂ ਨੂੰ ਆਪਣਾ ਕਾਰਡ ਦੇ ਦੇਈਦਾ ਤੇ ਸਾਡਾ ਜਿਹੜਾ ਡਿਪੂ ਨੰਬਰ ਹੈ ਉਹ 06770 ਹੈ। ਇਹ ਆਲ ਇੰਡੀਆ ਦਾ ਡਿਪੂ ਨੰਬਰ ਹੈ। ਇਹ ਮਤਲਬ ਤੁਹਾਡੀ ਰਜਿਸਟਰਡ ਜਿਹੜੀ ਹੈਗੀ ਹੈ? ਬਿਲਕੁਲ ਗਵਰਨਮੈਂਟ ਦਾ ਨੰਬਰ ਹੈ ਤੇ ਮੈਂ ਇਹ ਚੀਜ਼ ਦਿਖਾਣਾ ਚਾਹੁੰਦਾ, ਕਈ ਵਾਰ ਕੀ ਹੁੰਦਾ ਕੋਈ ਡਿਪੂ ਆਮ ਪ੍ਰਾਈਵੇਟ ਖੋਲ ਕੇ ਬਹਿ ਜਾਂਦਾ, ਲੇਕਿਨ ਇਹਨਾਂ ਦੇ ਜਿਹੜੀ ਰਜਿਸਟਰਡ ਜਿਹੜਾ ਕੀਤਾ ਗਿਆ ਡਿਪੋ ਉਹਨਾਂ ਦਾ ਜੀ। ਤੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਆ, ਉਹਨਾਂ ਦੇ ਜਿਹੜਾ ਆਫਿਸ ਹੈ ਉਹ ਅੰਦਰ ਖੁੱਲਿਆ ਹੋਇਆ। ਸਰ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਤੁਹਾਡਾ ਆਫਿਸ ਹੈ ਜਿਹੜਾ ਖੁੱਲਣ ਦਾ ਕੀ ਕਾਰਨ ਉਰੇ? ਸਰ ਨਮਸਕਾਰ ਜੀ ਸਾਰਿਆਂ ਨੂੰ। ਇਹ ਜਿਹੜਾ ਸਾਡਾ ਇੱਕ ਜਨ ਔਸ਼ਧੀ ਸਟੋਰ ਹੈ, ਇੱਥੇ ਬਹੁਤ ਹੀ ਜਾਇਜ਼ ਮਤਲਬ ਜੈਨੂਅਨ ਰੇਟ ਯਾਨੀ ਸਰਕਾਰੀ ਰੇਟ ਦੇ ਉੱਤੇ ਦਵਾਈ ਮਿਲਦੀ ਹੈ, ਜੋ ਕਿ ਸਰਕਾਰ ਵੱਲੋਂ ਉਪਲਬਧ ਕਰਾਈ ਗਈ ਹੈ। ਇਹਦੇ ਅੰਦਰ ਬਹੁਤ ਸਾਰੇ ਪੇਸ਼ੈਂਟ ਆਉਂਦੇ ਆ ਜਿਹੜੇ ਡਾਇਰੈਕਟ ਆਉਂਦੇ ਆ, ਜਿਹੜੇ ਬਿਮਾਰੀ ਦੱਸ ਕੇ ਦਵਾਈ ਲੈਣਾ ਚਾਹੁੰਦੇ ਆ ਜਾਂ ਸਰਕਾਰੀ ਹਸਪਤਾਲ ਜਾਂਦੇ ਲੰਬੀ ਲਾਈਨਾਂ ਤੋਂ ਬਚਣਾ ਚਾਹੁੰਦੇ ਆ। ਮੰਨ ਲਓ ਕਈ ਵਾਰ ਇਹ ਹੁੰਦਾ ਪ੍ਰਾਈਵੇਟ ਹਸਪੀਟਲ ਦੇ ਜਾਂਦੇ, ਉੱਥੇ ਜਾ ਕੇ ਲੰਬੀ ਲਾਈਨ 'ਚ ਵੀ ਲੱਗਣਾ ਪੈਂਦਾ ਔਰ ਉਹਨਾਂ ਦੀ ਜਿਹੜੀ ਪਰਚੀ ਹੈ 100-200 ਵੀ ਉਹ ਵੀ ਬਚਾ ਸਕਦੀ ਹੈ। ਬਿਲਕੁਲ, ਉਹ ਲੰਬੀ ਲਾਈਨਾਂ ਤੇ ਬਚਣ ਤੇ ਟਾਈਮ ਵੇਸਟ ਕਰਨ ਵਾਲੇ ਪਰਚੀ ਬਚਾਉਣ ਦੇ ਚੱਕਰ 'ਚ ਸਾਡੇ ਕੋਲ ਆ ਜਾਂਦੇ ਆ। ਅਸੀਂ ਉਹਨਾਂ ਨੂੰ ਇੱਥੇ ਹੀ ਫ੍ਰੀ ਚੈੱਕਅਪ ਕਰਕੇ ਉਹਨਾਂ ਦੀ ਦੁੱਖ ਤਕਲੀਫ ਪੁੱਛ ਕੇ ਇੱਥੇ ਦਵਾਈ ਲਿਖ ਕੇ ਇੱਥੇ ਸਸਤੀ ਦਵਾਈ ਮੁਹੱਈਆ ਕਰਾ ਦਿੰਦੇ ਹਾਂ। ਤੇ ਤੁਸੀਂ ਉਹਦੇ ਜਿਹੜੇ ਚੈੱਕਅਪ ਦਾ ਕੀ ਜਿਹੜਾ ਚਾਰजेस ਕੀ ਲੈਂਦੇ ਆ? ਕੋਈ ਚਾਰਜ ਨਹੀਂ ਲੈਂਦੇ, ਅਸੀਂ ਬਿਲਕੁਲ ਫ੍ਰੀ ਆਫ ਕਾਸਟ ਹੈ। ਚੈੱਕਅਪ ਵੀ ਫ੍ਰੀ ਹੈ ਤੇ ਦਵਾਈ ਵੀ ਬਹੁਤ ਸਸਤੀ ਹੈ। ਤੇ ਜਿਹੜੇ ਤੁਹਾਡੇ ਕੋਲ ਹੁਣ ਤੱਕ ਕਿੰਨੇ ਕੁ ਪੇਸ਼ੈਂਟ ਆ ਤੁਹਾਡੇ ਕੋਲ ਦਵਾਈ ਲੈ ਕੇ ਗਏ ਔਰ ਤੁਹਾਨੂੰ ਕਿੰਨਾ ਕੁ ਜਿਹੜਾ ਰਿਸਪੌਂਸ ਮਿਲਿਆ ਵੀ ਜਿਹੜਾ ਬਾਹਰੋਂ ਦਵਾਈ ਲੈਂਦੇ ਸੀ ਔਰ ਤੁਹਾਡੇ ਕੋਲ ਲੈਂਦੇ ਕਿੰਨਾ ਕੁ ਫਰਕ ਲੱਗਦਾ? ਸਾਡੇ ਕੋਲ ਆਪਣੇ ਸਿਰਫ ਦਿਖਾਣ ਵਾਲੇ 100 ਕੁ ਮਰੀਜ਼ ਰੋਜ਼ ਦੇ ਆ ਜਾਂਦੇ ਨੇ, ਜਿਹੜੇ ਸਿਰਫ ਸਾਡੇ ਤੋਂ ਸਾਨੂੰ ਹੀ ਦਿਖਾਉਂਦੇ ਆ। ਇੱਥੇ ਹੀ ਦਿਖਾ ਕੇ ਇੱਥੇ ਹੀ ਦਵਾਈ ਇੱਥੋਂ ਹੀ ਮੈਂ ਦਵਾਈ ਲਿਖ ਦਿੰਦਾ, ਤਾਂ ਇੱਥੋਂ ਹੀ ਜਨ ਔਸ਼ਧੀ ਦੀ ਦਵਾਈ ਲੈ ਕੇ ਹੁਣ ਬਹੁਤ ਸਸਤੇ ਰੇਟਾਂ 'ਤੇ ਆਪਣਾ 50-100 ਰੁਪਏ 'ਚ ਆਪਣਾ ਦਵਾਈ ਲੈ ਕੇ ਠੀਕ ਹੋ ਜਾਂਦੇ। ਇੱਥੇ ਬਹੁਤ ਵਧੀਆ ਰਿਸਪੌਂਸ ਹੈ ਸਰ। ਕਾਫੀ ਸਾਰੇ ਬਾਜ਼ਾਰ ਨਾਲੋਂ ਬਹੁਤ ਇਕਨੋਮਿਕਲੀ ਸਸਤੀ ਪੈਂਦੀ ਦਵਾਈ ਪੇਸ਼ੈਂਟ ਨੂੰ, ਤਾਂ ਕਿ ਉਹ ਰਿਪੀਟਡਲੀ ਖਾਣੀ ਪਵੇ ਤਾਂ ਉਹਨੂੰ ਖਾ ਸਕੇ। ਸਾਡਾ ਪਰਪਸ ਇਹ ਹੈ ਕਿ ਲੋਕ ਦਵਾਈ ਖਾਂਦੇ ਰਹਿਣ, ਜੇ ਤਾਂ ਕਿ ਬਿਨਾਂ ਦਵਾਈ ਦੇ ਬਿਨਾਂ ਇਲਾਜ ਤੋਂ ਪੇਸ਼ੈਂਟ ਬਿਮਾਰ ਨਾ ਰਹੇ। ਤੇ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ, ਮੰਨ ਲਓ ਜਿਹੜੀ ਦਵਾਈਆਂ ਹੈ ਤੁਹਾਨੂੰ ਬਾਹਰ ਮੈਡੀਕਲ ਸਟੋਰ ਤੇ ਉਹੀ ਜਿਵੇਂ ਮੰਨ ਲਓ 500 ਦਾ ਪਤਾ ਹੈ, ਉਹ ਤੁਹਾਡੇ ਕੋਲ ਬਹੁਤ ਘੱਟ ਰੇਟ ਵਿੱਚ ਹੈਗਾ, ਤੇ ਕਿਆ ਤੁਹਾਡਾ ਜਿਹੜਾ ਉਹ ਕਮਿਸ਼ਨ ਹੈ ਘੱਟ ਹੋਣ ਦੇ ਕਾਰਨ ਤੁਹਾਨੂੰ ਇਨਕਮ ਦਾ ਜਿਹੜਾ ਸੋਰਸ ਹੈ ਉਹ ਕਿਵੇਂ ਦਾ ਹੁੰਦਾ ਹੈ? ਇਨਕਮ ਸੋਰਸ ਦੀ ਗੱਲ ਨਹੀਂ ਹੈ, ਇਹ ਇੱਕ ਸੇਵਾ ਵਾਲਾ ਕੰਮ ਹੈ। ਇਨਕਮ ਸੋਰਸ ਦੀ ਕੋਈ ਅਸੀਂ ਇਹ ਟਾਰਗੇਟ ਲੈ ਕੇ ਨਹੀਂ ਚੱਲੇ ਵੀ ਅਸੀਂ ਇਨਕਮ ਕਮਾਉਣੀ ਹੈ ਜਾਂ ਪੈਸੇ ਕਮਾਉਣੇ। ਜੇ ਅਸੀਂ ਇਨਕਮ ਕਮਾਉਣੀ ਹੁੰਦੀ ਸੀ ਦੂਸਰਾ ਜਨਰਲ ਮੈਡੀਕਲ ਸਟੋਰ ਖੋਲ੍ਹ ਲੈਂਦੇ, ਜਿਹਦੇ 'ਚ ਕਈ ਗੁਣਾ ਮਾਰਜਨ ਹੈ। ਇੱਥੇ ਮਾਰਜਨ ਵਾਲਾ ਸਵਾਲ ਨਹੀਂ, ਇੱਥੇ ਇੱਕ ਸੇਵਾ ਵਾਲਾ ਸਵਾਲ ਹੈ ਕਿ ਲੋਕਾਂ ਨੂੰ ਸਸਤੀ ਦਵਾਈ ਮਿਲੇ, ਫ੍ਰੀ ਚੈੱਕਅਪ ਮਿਲੇ। ਸਾਡੇ ਕੋਲ ਟੈਸਟਾਂ ਦੀ ਫੈਸਿਲਿਟੀ ਵੀ ਹੈ ਅਵੇਲੇਬਲ, ਤਾਂ ਕਿ ਹਾਫ ਰੇਟ 'ਤੇ ਅਸੀਂ ਤਕਰੀਬਨ ਹਾਫ ਰੇਟ 'ਤੇ ਟੈਸਟ ਕਰਦੇ ਹਾਂ। ਲੋਕਾਂ ਨੂੰ ਸਸਤੇ ਟੈਸਟ ਮਿਲਣ,
ਤਾਂ ਕਿ ਲੋਕ ਆਪਣੀ ਬਿਮਾਰੀ ਤੋਂ ਬਾਹਰ ਨਿਕਲ ਸਕਣ। ਸਰ ਕਿਹੜੇ ਟੈਸਟ ਆ ਜਿਹੜੇ ਤੁਹਾਡੇ ਕੋਲ ਹੋ ਜਾਂਦੇ ਆ? ਸਾਡੇ ਕੋਲ ਤਕਰੀਬਨ ਸਾਰੇ ਟੈਸਟ ਹੋ ਜਾਂਦੇ ਆ। ਸਾਡੇ ਕੋਲ ਸਾਰੇ ਬਲੱਡ ਟੈਸਟ ਹੋ ਜਾਂਦੇ ਆ, ਜਿੱਦਾਂ ਖੂਨ ਪਿਸ਼ਾਬ ਵਾਲੇ ਸਾਰੇ ਰੂਟੀਨ ਇਨਵੈਸਟੀਗੇਸ਼ਨ, ਈਵਨ ਪੀਜੇ ਤੱਕ ਦੇ ਲਿਖੇ ਹੋਏ, ਬੜੇ ਹਸਪਤਾਲਾਂ ਦੇ ਲਿਖੇ ਹੋਏ ਸਾਰੇ ਟੈਸਟ ਹੋ ਜਾਂਦੇ, ਕਿਉਂਕਿ ਜਿਹੜੇ ਟੈਸਟ ਸਾਡੇ ਕੋਲ ਆਪਣੀਆਂ ਮਸ਼ੀਨਾਂ ਲੱਗੀਆਂ ਹੋਈਆਂ ਅਸੀਂ ਉਹ ਆਪ ਕਰ ਦਿੰਦੇ ਹਾਂ। ਜਿਹੜੇ ਟੈਸਟ ਸਾਡੇ ਕੋਲ ਨਹੀਂ ਹੁੰਦੇ, ਸਾਡੇ ਰਾਈਟਰਸ ਹੁੰਦੇ ਆ, ਉਹ ਡੇਲੀ ਚੰਡੀਗੜ੍ਹ ਜਾਂਦੇ ਆ, ਉਹ ਵੱਡੀਆਂ ਲੈਬਸ ਤੋਂ ਚੰਡੀਗੜ੍ਹੋਂ ਕਰਾ ਕੇ ਉਹ ਆਨਲਾਈਨ ਰਿਪੋਰਟ ਲਿਆਉਂਦੇ ਆ, ਰਿਪੋਰਟ ਕਰ ਦਿੰਦੇ ਆਨਲਾਈਨ। ਜਿਹੜੇ ਤੁਹਾਡੇ ਕੋਲ ਮਰੀਜ਼ ਆਉਂਦੇ ਆ ਹੁਣ ਤੱਕ ਤੁਹਾਡਾ ਜੇਕਰ 9/9/2020 ਤੋਂ ਤੁਸੀਂ ਲੈ ਕੇ ਹੁਣ ਤੱਕ ਕਿੰਨੇ ਕੁ ਪੇਸ਼ੈਂਟ ਦਾ ਜਿਹੜਾ ਤੁਸੀਂ ਫ੍ਰੀ ਇਲਾਜ ਕਰ ਚੁੱਕੇ ਹੋ ਆਈਡੀਆ ਦੇ ਨਾਲ? ਆਈਡੀਆ ਇਹਦੇ 'ਚ ਕੋਈ ਆਈਡੀਆ ਨਹੀਂ, ਤਕਰੀਬਨ ਹਜ਼ਾਰਾਂ ਦੇ ਦੀ ਐਵਰੇਜ ਹੁਣ ਕੱਢਣੀ ਵੀ ਮੁਸ਼ਕਿਲ ਹੈ। ਹਜ਼ਾਰਾਂ ਦੇ ਪੇਸ਼ੈਂਟ ਆ ਚੁੱਕੇ ਹਨ, ਕਿਉਂਕਿ ਐਵਰੇਜ ਸਾਡੇ ਕੋਲ ਜੇ 400 ਪੇਸ਼ੈਂਟ ਦਵਾਈ ਲੈਣ ਆਉਂਦਾ ਜਾਂ 500 ਪੇਸ਼ੈਂਟ ਆਉਂਦਾ, 100 ਪੇਸ਼ੈਂਟ ਸਾਡਾ ਆਪਣਾ ਦਿਖਾਉਣ ਵਾਲਾ ਹੁੰਦਾ, ਅਤੇ ਤੁਸੀਂ ਐਵਰੇਜ ਲਾ ਲਓ ਜੇ ਮਹੀਨੇ 25, ਵੈਸੇ 30 ਦੇ 3 ਖੁੱਲ੍ਹੀ ਦੁਕਾਨ, ਅਤੇ ਜੇ ਐਵਰੇਜ ਵੀ ਲਾਈਏ 2000 ਪੇਸ਼ੈਂਟ ਸਾਡੇ ਕੋਲ ਮਹੀਨੇ ਦਾ ਚੈੱਕ ਕਰਾਉਣ ਵਾਲਾ ਹੀ ਆ ਜਾਂਦਾ। ਤੇ ਤੁਸੀਂ ਕਿਤੇ ਨਾ ਕਿਤੇ ਸਮਝਦੇ ਵੀ ਜਿਹੜੇ ਤੁਸੀਂ ਕਾਫੀ ਜਿਹੜਾ ਡੇਲੀ ਤੁਸੀਂ ਜਿਹੜਾ ਫ੍ਰੀ ਚੈੱਕਅਪ ਕਰਦੇ ਆ, ਜੇਕਰ ਮਾਲਕ ਨੂੰ ਤੁਸੀਂ ਜਾਨ ਦੇਣੀ ਹੈ ਤਾਂ ਉਹ ਵੀ ਸੌਖੀ ਹੋ ਰਹੀ ਹੈ? ਬਿਲਕੁਲ ਮਾਲਕ ਨੇ ਇੱਕ ਗੁੱਲਕ ਲਾਈ ਹੋਈ ਹੈ, ਜਿਹਦੇ 'ਚ ਸਾਡਾ 1 ਰੁਪਈਆ ਪੈ ਜਾਂਦਾ ਹੈ। ਜਦ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ, ਉਹ 1 ਰੁਪਈਏ 'ਚ ਪਈ ਜਾ ਰਿਹਾ, ਜਦੋਂ ਬੁਗਣੀ ਭਰ ਜੂਗੀ ਉਹਦਾ ਫਲ ਮਿਲ ਜੂ। ਬਹੁਤ ਹੀ ਚੰਗਾ ਡਾਕਟਰ ਸਾਹਿਬ ਦਾ ਸੁਭਾਅ ਹੈ, ਔਰ ਬਹੁਤ ਹੀ ਇਹਨਾਂ ਦੇ ਜਿਹੜਾ ਸਟਾਫ ਹੈ ਬਹੁਤ ਹੀ ਵਧੀਆ ਸਟਾਫ ਹੈ, ਔਰ ਤੁਸੀਂ ਉਰੇ ਆਓ। ਤੇ ਅਸੀਂ ਫਿਰ ਤੁਹਾਨੂੰ ਦੁਬਾਰਾ ਅਪੀਲ ਕਰਦੇ ਹਾਂ ਕਿ ਹਸਪੀਟਲ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਜਨ ਔਸ਼ਧੀ ਦੇ ਜਿਹੜੇ ਬੋਰਡ ਬਾਹਰ ਲੱਗੇ ਹੋਏ ਆ, 90% ਤੱਕ ਤੁਹਾਨੂੰ ਦਵਾਈਆਂ ਜਿਹੜੀਆਂ ਉਹ ਫ੍ਰੀ ਮਿਲਦੀਆਂ। ਤੁਹਾਡਾ ਕੋਈ ਪੇਸ਼ੈਂਟ ਹੈ, ਜ਼ਿਆਦਾ ਲੰਬੀ ਲਾਈਨ 'ਚ ਖੜਨਾ ਨਹੀਂ ਪੈਂਦਾ, ਔਰ ਜਿਵੇਂ ਕਿ ਅੱਜ ਕੱਲ੍ਹ ਡਾਕਟਰਾਂ ਨੇ ਜਿਹੜੀ ਫੀਸ ਰੱਖੀ ਹੋਈ ਹੈ, ਮਤਲਬ ਉਹਦੀ ਪਰਚੀ ਕੱਢਦੇ 100 ਤੋਂ 200 ਜਾਂ 500 ਤੱਕ ਦੀ ਫੀਸ ਹੈਗੀ ਹੈ। ਇਹਨਾਂ ਵੱਲੋਂ ਕੋਈ ਵੀ ਫੀਸ ਨਹੀਂ ਤੁਹਾਨੂੰ ਉਰੇ ਲਿੱਤੀ ਨਹੀਂ ਜਾਂਦੀ। ਤੇ ਸਰ ਗੱਲ ਕਰੀਏ, ਤੁਸੀਂ ਡਾਕਟਰ ਸਾਹਿਬ ਦਾ ਵੀ ਕੰਮ ਕਰਦੇ ਹੋ, ਦਵਾਈਆਂ ਵੀ ਦਿੰਦੇ ਆ, ਪਰ ਉਹਦੇ ਨਾਲ ਕੁਛ ਜਿਹੜੇ ਹੋਰ ਬਾਹਰ ਪੈਸੇ ਕਮਾਉਣ ਵਾਲੇ ਉਹਨਾਂ ਨਾਲ ਜਲਣ ਹੋ ਜਾਂਦੀ ਹੈ, ਉੱਦਾਂ ਦਾ ਕੋਈ ਤੁਹਾਨੂੰ ਸਾਹਮਣਾ ਕਰਨਾ ਪਿਆ ਇਸ ਚੀਜ਼ ਦਾ? ਦੇਖੋ, ਅਸੀਂ ਇਸੇ ਕਰਕੇ ਦੁਕਾਨ ਬਾਹਰ ਨਹੀਂ ਲਈ ਵੀ, ਅਸੀਂ ਦੁਕਾਨ ਅੰਦਰ ਲਈ ਵੀ ਕਿ ਸਾਨੂੰ ਦੇਖ ਕੇ ਦੂਜਿਆਂ ਨੂੰ ਤਕਲੀਫ ਨਾ ਹੋਵੇ। ਬਾਕੀ ਜਿਨ੍ਹਾਂ ਨੂੰ ਤਕਲੀਫ ਹੋਣੀ ਆ ਉਹਨਾਂ ਨੂੰ ਤਾਂ ਹੋ ਹੀ ਜਾਣੀ ਆ। ਅਸੀਂ ਤਾਂ ਕਦੇ ਬਾਹਰ ਨਿਕਲ ਕੇ ਵੀ ਨਹੀਂ ਦੇਖਿਆ ਵੀ ਕਿਹਦੇ ਕੋਲ ਕਿੰਨੇ ਪੇਸ਼ੈਂਟ ਆ ਰਹੇ ਜਾਂ ਨਹੀਂ ਆ ਰਹੇ, ਕਿਉਂਕਿ ਸਾਡੇ ਔਰ ਉਹਨਾਂ ਦੇ ਦਵਾਈ 'ਚ ਜਾਂ ਰੇਟ 'ਚ ਬਹੁਤ ਫਰਕ ਹੈ। ਜਿਹੜੀ ਕਲਾਸ ਨੇ ਸਾਡੇ ਕੋਲ ਆਉਣਾ ਉਹਨਾਂ ਨੇ ਸਾਡੇ ਕੋਲ ਹੀ ਆਉਣਾ। ਜਿਨ੍ਹਾਂ ਨੂੰ ਸਸਤੀ ਦਵਾਈ ਚਾਹੀਦੀ ਹੈ, ਲੌਂਗ ਟਰਮ ਖਾਣੀ ਹੈ, ਲੰਬੇ ਅਰਸੇ ਲਈ ਖਾਣੀ ਹੈ, ਉਹਨਾਂ ਨੇ ਸਾਡੇ ਕੋਲ ਹੀ ਆਉਣਾ। ਜਿਹੜੇ ਕੁਝ % ਲੋਕ ਐਸੇ ਹੈ, ਜਾਂ ਮੈਂ ਤਾਂ ਜੋ ਐਕਸਪੀਰੀਅੰਸ ਕੀਤਾ, ਜੋ ਜ਼ਿਆਦਾ ਪੂਅਰ ਕਲਾਸ ਕਮਿਊਨਿਟੀ ਹੈ ਜਾਂ ਬਿਲਕੁਲ ਆਪਾਂ ਕਹਿ ਸਕਦੇ ਪੜ੍ਹੀ ਲਿਖੀ ਕਮਿਊਨਿਟੀ ਨਹੀਂ ਹੈ, ਉਹਨਾਂ ਨੂੰ ਉਹ ਬਹਿਕਾਵੇ 'ਚ ਆ ਜਾਂਦੇ ਹੈ। ਜੇ ਡਾਕਟਰ ਨੇ ਕਿਹਾ ਤਾਂ ਵੀ ਆਹ ਦਵਾਈ ਲੈਣੀ ਹੈ ਤਾਂ ਆਹੀ ਪੱਤਾ ਲੈਣਾ ਹੈ, ਅਤੇ ਆਹ ਦਵਾਈ ਮੈਨੂੰ ਲੈ ਕੇ ਦਿਖਾ ਕੇ ਜਾ, ਅਤੇ ਇਹੀ ਹੋਣਾ ਚਾਹੀਦਾ ਹੈ। ਉਹ ਫਿਰ ਜੇ ਤੂੰ ਇਹ ਨਹੀਂ ਖਾਊਂਗਾ ਤੂੰ ਠੀਕ ਨਹੀਂ ਹੋਊਂਗਾ, ਇਹ ਖਾਊਂਗਾ ਤਾਂ ਹੋਰ ਬਿਮਾਰ ਹੋ ਜਾਊਂਗਾ। ਉਹ ਇਸ ਤਰ੍ਹਾਂ ਦੇ ਥੋੜ੍ਹੀ ਜਿਹੀ ਗੱਲ ਹੋਣ ਕਰਕੇ ਉਹ ਫਿਰ ਡਰ ਜਾਂਦੇ ਆ। ਇਸ ਕਰਕੇ ਉਹ ਫਿਰ ਸਸਤੀ ਦਵਾਈ ਛੱਡ ਕੇ ਮਹਿੰਗੀ ਦੇ ਚੱਕਰ 'ਚ ਪੈ ਜਾਂਦੇ ਆ। ਇੱਕ ਹੋਰ ਨਿਕਲ ਕੇ ਗੱਲ, ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਡਾਕਟਰ ਸਾਹਿਬ ਪਰਚੀ ਲਿਖਦੇ ਆ ਕੋਈ ਵੀ, ਉਹ ਕਹਿੰਦੇ ਆ ਜੀ ਬਾਹਰ ਤੋਂ ਤੁਹਾਨੂੰ ਲਿਆ ਕੇ ਚੈੱਕ ਕਰਾਓ, ਅਤੇ ਉਹ ਪੇਸ਼ੈਂਟ ਤੁਹਾਡੇ ਕੋਲ ਆ ਜਾਂਦਾ, ਤਾਂ ਤੁਸੀਂ ਕਿਵੇਂ ਸੈਟੀਸਫਾਈ ਕਰਾਉਂਦੇ ਡਾਕਟਰ ਸਾਹਿਬ ਨੂੰ ਔਰ ਮਰੀਜ਼ ਨੂੰ? ਦੇਖੋ, ਜਿਹੜਾ ਪਰਚੀ ਕੋਈ ਵੀ ਦਵਾਈ ਹੈ, ਜਿੱਦਾਂ ਸਾਡੇ ਕੋਲ 2 ਤਰ੍ਹਾਂ ਦੀ ਦਵਾਈ ਹੈ, ਇੱਕ ਬ੍ਰਾਂਡ ਨੇਮ ਵਾਲੀ, ਇੱਕ ਜੈਨਰਿਕ ਦੋਨੋਂ ਬ੍ਰਾਂਡ ਨੇਮ ਵਾਲੀ ਜੈਨਰਿਕ ਵੀ ਹੁੰਦੀ ਹੈ, ਇੱਕ ਵਿਦਾਊਟ ਬ੍ਰਾਂਡ ਨੇਮ ਵਾਲੀ ਜੈਨਰਿਕ ਹੁੰਦੀ ਹੈ। ਵਿਦਾਊਟ ਬ੍ਰਾਂਡ ਨੇਮ ਵਾਲੀ ਜੈਨਰਿਕ ਸਰਕਾਰ ਜੋ ਅਸੀਂ ਵੇਚ ਰਹੇ ਜਨ ਔਸ਼ਧੀ ਵਿਦਾਊਟ ਬ੍ਰਾਂਡ ਨੇਮ ਵਾਲੀ ਜੈਨਰਿਕ ਹੈ। ਹਰ ਕੰਪਨੀ ਜੈਨਰਿਕ ਬਣਾਉਂਦੀ ਹੈ। ਇਹ ਨਹੀਂ ਵੀ ਤੁਸੀਂ ਕਹੋ ਜੀ ਬਾਹਰ ਜੇ ਪੱਤੇ ਦੀ ਪੈਕਿੰਗ ਆ ਗਈ ਉੱਪਰ ਬ੍ਰਾਂਡ ਨੇਮ ਲਿਖਿਆ ਗਿਆ ਉਹ ਐਥੀਕਲ ਹੋਗੀ। ਜੈਨਰਿਕ ਔਰ ਐਥੀਕਲ 'ਚ ਇੱਕ ਕੁਛ ਡਿਫਰੈਂਸ ਇਹ ਹੁੰਦਾ ਕਿ ਉਹਨੂੰ ਥੋੜ੍ਹਾ ਜਿਹਾ ਹਾਈਫਾਈ ਮਤਲਬ ਪੈਕਿੰਗ ਅੱਛੀ ਬਣਾਤੀ ਜਾਂਦੀ ਹੈ ਤਾਂ ਕਿ ਉਹ ਬ੍ਰਾਂਡ ਲੱਗੇ ਕਿ ਇਹ ਐਥੀਕਲ ਹੈ। ਲੋਕਾਂ ਨੂੰ ਇਹ ਲੋਕ ਜੇ ਡੱਬੀ 'ਚ ਪਾ ਕੇ ਮੇਰੇ ਲੋਕ ਸਮਝਦੇ ਆ ਵੀ ਇਹ ਐਥੀਕਲ ਹੈ, ਪਰ ਬੇਸਿਕ ਡਿਫਰੈਂਸ ਉਹਨਾਂ ਨੂੰ ਨਹੀਂ ਪਤਾ। ਅਸੀਂ ਕੀ ਕਰਦੇ ਹਾਂ, ਅਸੀਂ ਲੋਕਾਂ ਨੂੰ ਸਮਝਾਉਂਦੇ ਵੀ ਇਹ ਡੱਬੀ, ਇਹ ਪੱਤੇ ਦੇ ਉੱਪਰ ਜਿਹੜੀ ਦਵਾਈ ਲਿਖੀ ਹੈ, ਤੁਸੀਂ ਸਾਡੇ ਕੋਲ ਸਿੱਧੀ ਦਵਾਈ ਲਿਖੀ ਵੀ ਹੈ, ਆਪਣੇ ਪੱਤੇ ਦਾ ਰੇਟ ਅਤੇ ਆਹ ਡੱਬੀ ਦੇ ਨਾਮ ਦਾ ਰੇਟ ਇਹ ਪੱਤੇ ਨਾਲ ਮਿਲਾ ਲਓ। ਜੇ ਤੁਹਾਨੂੰ ਮੈਚ ਕਰਦਾ ਹੈ, ਤੁਹਾਨੂੰ ਦਿਖਦਾ ਵੀ ਆਹ ਸਾਲਟ ਜੋ ਇਹਦੇ 'ਤੇ ਲਿਖਿਆ ਉਹ ਇਹਦੇ 'ਤੇ ਲਿਖਿਆ ਸੇਮ ਆ, ਤਾਂ ਤੁਸੀਂ ਲੈ ਲਓ। ਜੇ ਤੁਹਾਨੂੰ ਲੱਗਦਾ ਵੀ ਨਹੀਂ ਸੇਮ ਆ, ਤੁਸੀਂ ਬਾਜ਼ਾਰੋਂ ਲੈ ਲਓ। ਅਤੇ ਇੱਕ ਗੱਲ ਹੋਰ ਨਿਕਲ ਗਈ, ਜਿਹੜੀ ਤੁਹਾਡੀ ਦਵਾਈ 'ਚ ਕਾਫੀ ਰੇਟ ਦਾ ਫਰਕ ਹੈ, ਕਿਆ ਇਹ ਕੰਪਨੀ ਕੁਛ ਦਵਾਈਆਂ ਵਿੱਚ ਜਿਵੇਂ ਜਿਹੜਾ ਸਮਾਨ ਪਾਉਂਦੀ ਹੈ ਉਹ ਕੁਛ ਘੱਟ ਪਾਉਂਦੀ ਹੈ? ਜਿਹੜੇ ਅੱਜ ਕੱਲ੍ਹ ਮਨ ਦੇ ਵਿੱਚ ਵਿਚਾਰ ਹੁੰਦੇ ਆ ਵੀ ਸਸਤੀ ਦਵਾਈ ਵਿੱਚ ਦਵਾਈ ਦਾ ਕੋਈ ਸਾਲਟ ਹੈ ਉਹ ਘੱਟ ਪਾਇਆ ਹੁੰਦਾ, ਇੱਦਾਂ ਦੇ ਕੁਛ ਗੱਲ ਹੈ ਕਿ ਨਹੀਂ? ਨਹੀਂ, ਐਸੀ ਕੋਈ ਗੱਲ ਨਹੀਂ ਹੁੰਦੀ। ਵੈਸੇ ਇਸ ਤਰ੍ਹਾਂ ਤਾਂ ਜਿੰਨੀ ਵੀ ਦਵਾਈਆਂ BPPI ਦੇ ਅੰਡਰ ਆਉਂਦੀਆਂ ਜਾਂ ਇੱਕ
ਕੌਂਸਲ ਹੁੰਦੀ ਹੈ ਜੋ ਇਸ ਨੂੰ ਰਿਕਮੈਂਡ ਕਰਦੀ ਹੈ। ਪਹਿਲਾਂ ਇਹਦੇ ਟੈਸਟਿੰਗ ਹੁੰਦੀ ਹੈ, ਸੈਂਪਲਿੰਗ ਹੁੰਦੇ, ਪਾਸ ਹੁੰਦਾ। ਜੇ ਪਾਸ ਹੁੰਦੀ ਹੈ ਤਾਂ ਮਤਲਬ ਉਹਦੇ 'ਚ ਉਨਾ ਪੋਟੈਂਸੀ ਪੂਰੀ ਹੈ। ਉਹੀ ਬਾਜ਼ਾਰ ਲਈ ਵੀ ਪਾਸ ਹੋ ਕੇ ਆਉਂਦੀ ਹੈ, ਇਹ ਵੀ ਪਾਸ ਹੋ ਕੇ ਆਉਂਦੀ ਹੈ। ਜਦ ਦੋਨਾਂ ਦੀ ਇੱਕੋ ਰੇਸ਼ੋ ਹੁੰਦੀ ਵੀ ਇੰਨੇ % ਦਵਾਈ ਦੇ ਕੰਮ ਇਫੈਕਟਿਵਨੈਸ ਹੋਣੀ ਚਾਹੀਦੀ ਹੈ ਤਾਂ ਹੀ ਮਾਰਕੀਟ ਜਾਏਗੀ। ਐਂ ਤਾਂ ਗਵਰਨਮੈਂਟ ਆਫ ਇੰਡੀਆ ਜਨ ਔਸ਼ਧੀ ਡੇ ਹੈ, ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਇਹ ਤੁਸੀਂ ਕਿੰਨਾ ਲੋਕਾਂ ਨੂੰ ਫਾਇਦਾ ਦੇ ਰਹੇ ਹੋ। ਅਗਰ ਇਸ ਤਰ੍ਹਾਂ ਹੋਵੇ ਪ੍ਰਧਾਨ ਮੰਤਰੀ ਦੀ ਆਪਣੀ ਸਕੀਮ ਹੈ ਤਾਂ ਸਕੀਮ ਫੇਲ ਹੋ ਜਾਏ, ਲੋਕਾਂ ਨੂੰ ਦਵਾਈ ਦਾ ਅਸਰ ਨਾ ਹੋਵੇ। ਜਿਹੜੇ ਰਿਪੀਟਡਲੀ ਬਾਰ-ਬਾਰ ਦਵਾਈ ਲੈਣ ਆਉਂਦੇ ਆ, 6-6 ਮਹੀਨੇ ਦੀ ਲੈ ਜਾਂਦੇ, 4-4 ਮਹੀਨੇ ਲੈ ਜਾਂਦੇ, ਉਹ ਲਗਾਤਾਰ ਖਾ ਰਹੇ, ਉਹ ਠੀਕ ਹੈ ਤਾਂ ਹੀ ਖਾ ਰਹੇ ਬਾਰ-ਬਾਰ, ਤਾਂ ਹੀ ਬਾਰ-ਬਾਰ ਲੈ ਕੇ ਜਾ ਰਹੇ। ਇਹ ਤਾਂ ਨਹੀਂ ਹੈ ਵੀ ਉਹ ਠੀਕ ਨਹੀਂ ਹੋ ਰਹੇ ਤਾਂ ਨਹੀਂ ਲੈ ਕੇ ਜਾ ਰਹੇ। ਇਸ ਕਰਕੇ ਦਵਾਈ ਦੀ ਇਫੈਕਟਿਵਨੈਸ ਸੇਮ ਹੈ। ਈਵਨ ਬਹੁਤ ਸਾਰੇ ਸਾਡੀਆਂ ਦਵਾਈਆਂ ਐਸੀਆਂ ਜਿਹੜੀਆਂ ਰੇਟ ਕਰਕੇ ਨਹੀਂ, ਸਿਰਫ ਦਵਾਈ ਦੀ ਕੁਆਲਿਟੀ ਕਰਕੇ ਵਿਕ ਰਹੀਆਂ। ਕਈ ਲੋਕ ਸਾਨੂੰ ਕਹਿੰਦੇ ਵੀ ਸਾਨੂੰ ਬਾਹਰ ਦੀ ਦਵਾਈ ਫਾਇਦਾ ਨਹੀਂ ਕਰ ਰਹੀ, ਉਹ ਦਵਾਈ ਸਾਨੂੰ ਅਸੀਂ ਖਾਂਦੇ ਸਾਡੀ ਸ਼ੂਗਰ ਨਹੀਂ ਕੰਟਰੋਲ ਹੋ ਰਹੀ, ਜਿਹੜੀ ਤੁਹਾਡੇ ਤੋਂ ਦਵਾਈ ਲੈ ਕੇ ਜਾ ਰਹੇ ਉਹਦੇ ਨਾਲ ਸ਼ੂਗਰ ਸਾਡੀ ਕੰਟਰੋਲ ਹੋ ਰਹੀ ਹੈ। ਇਸ ਕਰਕੇ ਇਹ ਨਹੀਂ, ਪੋਟੈਂਸੀ ਵਾਈਜ਼ ਬਹੁਤ ਸਾਰੀਆਂ ਦਵਾਈਆਂ ਐਸੀਆਂ ਹੋ ਸਕਦਾ ਉਹ ਕਿਸੇ ਹੋਰ ਐਸੀ ਕੰਪਨੀ ਨੇ ਬਣਾਈ ਹੋਵੇ ਜਿਹਦੀ ਇਫੈਕਟਿਵਨੈਸ ਘੱਟ ਹੋਵੇ, ਪਰ ਸਾਡੀਆਂ ਦਵਾਈਆਂ ਦੀ ਇਫੈਕਟਿਵਨੈਸ ਪੂਰੀ ਹੈ, ਜਿਹਦੇ ਕਰਕੇ ਲੋਕ ਰਿਪੀਟਡਲੀ ਸਾਡੇ ਕੋਲ ਆਉਂਦੇ ਦਵਾਈ ਲੈਣ। ਅਤੇ ਇਹਦੇ 'ਚ ਕੋਈ ਐਸਾ ਡਿਫਰੈਂਸ ਨਹੀਂ ਹੈ ਵੀ ਪੋਟੈਂਸੀ ਵਾਈਜ਼ ਇਹ ਘੱਟ ਪਾਈ ਵੀ ਹੈ, ਉਹ ਜ਼ਿਆਦਾ ਪਾਈ ਵੀ ਹੈ। ਦੈਟ ਸ਼ੁੱਡ ਬੀ ਇਕੁਅਲ, ਹੋਣੀ ਵੀ ਚਾਹੀਦੀ ਹੈ ਅਤੇ ਹੈਗੀ ਵੀ ਹੈ। ਤੇ ਅਸੀਂ ਦੁਬਾਰਾ ਫਿਰ ਤੁਹਾਨੂੰ ਰਿਪੀਟ ਕਰਦੇ ਹਾਂ ਗੱਲ ਵੀ ਇਹਨਾਂ ਡਾਕਟਰ ਸਾਹਿਬ ਕੋਲ ਤੁਸੀਂ ਜ਼ਰੂਰ ਆਓ। ਇਹਨਾਂ ਦੀ ਜਿਹੜੀ ਦਵਾਈਆਂ ਦੇ ਰੇਟ ਬਹੁਤ ਘੱਟ ਹੈ ਔਰ ਬਹੁਤ ਹੀ ਜਿਹੜਾ ਇਹਨਾਂ ਦਾ ਦੇਖਣ ਦਾ ਤਰੀਕਾ ਹੈ। ਸਰ ਜੇ ਆਪਾਂ ਗੱਲ ਕਰੀਏ ਤੁਹਾਡੇ ਕੋਲ ਅੱਜ ਤੱਕ ਪੇਸ਼ੈਂਟ ਬਹੁਤ ਆਏ ਹੋਣੇ, ਤੇ ਕਿੰਨੀ ਦੂਰ ਤੋਂ ਜਿਹੜਾ ਆਪਾਂ ਲਾਈਏ ਵੀ ਕਿੱਥੇ ਤੱਕ ਦੇ ਤੁਹਾਡੇ ਪੇਸ਼ੈਂਟ ਆਉਂਦੇ ਆ? ਦੇਖੋ ਸਰਾਊਂਡਿੰਗ ਏਰੀਆ ਸਾਡਾ, ਜਿੱਥੇ ਤੱਕ ਅਗਲਾ ਕੋਈ ਸਟੋਰ ਅਵੇਲੇਬਲ ਨਹੀਂ ਹੈ ਉੱਥੋਂ ਤੱਕ ਦੇ ਸਾਰੇ ਪੇਸ਼ੈਂਟ ਸਾਡੇ ਕੋਲ ਆਉਂਦੇ। ਜਿੰਨੇ ਰੋਪੜ ਡਿਸਟ੍ਰਿਕਟ ਦੇ ਆ, ਜਿੱਦਾਂ ਜੇ ਇਸ ਸਾਈਡ ਮੋਰਿੰਡੇ ਜਾ ਕੇ ਸਟੋਰ ਹੈਗਾ, ਪਰ ਇੱਧਰ ਕੁਰਾਲੀ ਖਰੜ ਇੱਧਰ ਕੋਈ ਸਟੋਰ ਨਹੀਂ, ਖਰੜ ਤੱਕ ਦੇ ਸਾਰੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ। ਮਾਛੀਵਾੜੇ ਤੱਕ ਸਾਈਡ ਤੱਕ ਪੇਸ਼ੈਂਟ ਆਉਂਦੇ ਆ, ਜਾਂ ਆਪਣਾ ਨੂਰਪੁਰ ਬੇਦੀ ਸਾਈਡ ਦੇ ਸਾਰੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ। ਜਿੱਥੇ ਤੱਕ ਲੋਕ ਸਾਨੂੰ ਆ ਕੇ ਕਹਿੰਦੇ ਤੁਸੀਂ ਉੱਥੇ ਵੀ ਖੋਲ੍ਹ ਲਓ ਜੀ, ਤੁਸੀਂ ਉੱਥੇ ਵੀ ਖੋਲ੍ਹ ਲਓ ਜੀ। ਸਾਡੇ ਕੋਲ ਆਪਣਾ ਇੱਕ ਸਟੋਰ ਮੈਨੇਜ ਕਰਨਾ ਮੁਸ਼ਕਿਲ ਹੈ, ਕਿਉਂਕਿ ਜਗ੍ਹਾ ਅਰੇਂਜਮੈਂਟ ਕਰਨਾ, ਸਭ ਕੁਝ ਕਰਨਾ ਬਹੁਤ ਮੁਸ਼ਕਿਲ ਹੈ। ਇਸ ਕਰਕੇ ਅਸੀਂ ਤਾਂ ਕਹਿੰਦੇ ਵੀ ਤੁਸੀਂ ਆਏ ਆ ਦੂਰੋਂ, ਤੁਹਾਡਾ ਚੱਕਰ ਲੱਗਦਾ, ਤੁਸੀਂ 4 ਪੱਤੇ ਜ਼ਿਆਦਾ ਲੈ ਜਾਓ, ਵੀ ਤੁਹਾਡਾ ਜਿਹੜਾ ਕਿਰਾਏ ਦਾ ਖਰਚਾ। ਆਮ ਤੌਰ 'ਤੇ ਸਾਡੇ ਕੋਲ ਲੋਕ ਜਿੱਥੇ ਇੱਕ ਪੱਤਾ ਮਿਲਦਾ ਬਜਾਏ ਸਾਡੇ ਕੋਲ ਡੱਬਾ ਮਿਲ ਜਾਂਦਾ, ਇੱਕ ਪੱਤੇ ਦੇ 10 ਪੱਤੇ ਮਿਲ ਜਾਂਦੇ। ਇਸ ਕਰਕੇ ਲੋਕ ਕਹਿੰਦੇ ਵੀ ਅਸੀਂ ਡੱਬੇ ਲੈ ਜਾਣ ਤਾਂ ਕਿ ਸਾਡਾ ਜਿਹੜਾ ਤੇਲ ਦਾ ਖਰਚਾ ਉਹ ਬਰਾਬਰ ਹੋ ਜਾਏ, ਵਿੱਚੋਂ ਨਿਕਲ ਜਾਵੇ। ਤੇ ਡਾਕਟਰ ਸਾਹਿਬ ਅੱਜ ਤੁਸੀਂ ਕੈਂਪ ਲਾਇਆ ਹੋਇਆ ਸੀ, ਤੇ ਕਿੰਨੇ ਕੁ ਪੇਸ਼ੈਂਟ ਆ ਤੁਹਾਡੇ ਕੋਲ ਆਏ ਆ ਔਰ ਤੁਸੀਂ ਕੀ ਉਹਨਾਂ ਦਾ ਚੈੱਕਅਪ ਕੀਤਾ? ਸਾਡੇ ਕੋਲ ਅੱਜ ਸਾਡਾ 7 ਮਾਰਚ ਜਨ ਔਸ਼ਧੀ ਡੇ ਹੈ। ਜਨ ਔਸ਼ਧੀ ਡੇ ਦੇ ਕਰਕੇ ਅਸੀਂ ਇੱਕ ਫ੍ਰੀ ਸ਼ੂਗਰ ਕੈਂਪ ਲਾਇਆ ਸੀ, BP ਸ਼ੂਗਰ HP, ਜਿਹਦੇ 'ਚ 100 ਤੋਂ 150 ਪੇਸ਼ੈਂਟ ਆ ਗਏ। ਅਤੇ ਇਹ ਕੈਂਪ ਇੱਕ ਲੋਕਾਂ ਨੂੰ ਅਵੇਅਰਨੈਸ ਦੇਣ ਵਾਸਤੇ ਅਤੇ ਇੱਕ ਲੋਕਾਂ ਜਾਗਰੂਕਤਾ ਫੈਲਾਉਣ ਵਾਸਤੇ ਸੀਗਾ। ਵੀ ਨਾਲੇ ਉੱਥੇ ਇੱਕ ਤਾਂ ਕੈਂਪ ਦੇ ਬਹਾਨੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਟੈਸਟ ਵੀ ਹੁੰਦੇ ਆ ਅਤੇ ਨਾਲੇ ਇੱਥੇ ਸਸਤੀ ਦਵਾਈ ਵੀ ਮਿਲਦੀ ਹੈ, ਤਾਂ ਕਿ ਲੋਕਾਂ ਨੂੰ ਦੋਨੋਂ ਚੀਜ਼ਾਂ ਦਾ ਟੈਸਟਾਂ ਦਾ ਵੀ ਅਤੇ ਦਵਾਈ ਦਾ ਵੀ ਦੋਨਾਂ ਦਾ ਫਾਇਦਾ ਹੋ ਜਾਵੇ। ਤੇ ਸਾਡੇ ਨਾਲ ਉਹਨਾਂ ਦੇ ਪੇਸ਼ੈਂਟ ਵੀ ਜੁੜੇ ਹੋਏ ਆ। ਸਰਦਾਰ ਜੀ ਆਪਾਂ ਕੀ ਨਾਮ ਆ ਔਰ ਕਿਹੜੀ ਜਗ੍ਹਾ ਤੋਂ ਤੁਸੀਂ ਜੀ? ਮੇਰਾ ਨਾਮ ਤਲਵੰਤ ਸਿੰਘ ਹੈ, ਮੈਂ ਰਤਲਾਮ ਦਾ ਜੀ। ਤੇ ਇਹਨਾਂ ਕੋਲ ਤੁਹਾਨੂੰ ਕਿੰਨਾ ਕੁ ਟਾਈਮ ਦਵਾਈ ਖਾਂਦੇ ਹੋ ਗਏ ਜੀ? ਮੈਨੂੰ ਹੋ ਗਈ 20-25 ਦਿਨ ਦੇ ਵਿੱਚ ਤੁਹਾਨੂੰ ਬਾਹਰ ਦੇ ਰੇਟ ਤੇ ਉਰੇ ਦੇ ਰੇਟ ਦਾ ਕਿੰਨਾ ਕੁ ਫਰਕ ਲੱਗਿਆ ਜੀ? ਕਾਫੀ ਫਰਕ ਹੋ ਗਿਆ। ਠੀਕ ਹੈ। ਮੈਕਸਿਮਮ ਆਪਾਂ ਗੱਲ ਕਰੀਏ ਤੁਹਾਡੀ ਪਹਿਲਾਂ ਕਿੰਨੇ ਦੀ ਦਵਾਈ ਆਉਂਦੀ ਹੁੰਦੀ ਸੀ? ਪਹਿਲਾਂ ਮੈਂ ਬਾਹਰੋਂ ਲਈ ਸੀ ਜਾਂ 700-800 ਦੀ ਦਵਾਈ ਆ ਜਾਂਦੀ, ਤੇ ਉਰੇ ਕਿੰਨੇ ਕੁ ਦੀ ਮਿਲੀ ਤੁਹਾਨੂੰ? ਪੂਰੇ ਮਿਲ ਜਾਂਦੀ 4.5 ਦੇ। ਮਤਲਬ ਕਾਫੀ ਫਰਕ ਲੱਗਦਾ ਤੁਹਾਨੂੰ? ਹਾਂਜੀ ਠੀਕ ਹੈ ਜੀ। ਔਰ ਜਿਹਨੇ ਪੇਸ਼ੈਂਟ ਉਹਨਾਂ ਨਾਲ ਸਾਡੇ ਤੁਸੀਂ ਗੱਲ ਕੀਤੀ ਹੈ, ਉਹ ਤੁਹਾਨੂੰ ਪਤਾ ਹੀ ਹੈ ਵੀ ਸੜਨ ਦਾ ਰੇਟ ਬਹੁਤ ਉਹਨਾਂ ਨੇ ਡਾਊਨ ਦੱਸਿਆ, ਔਰ ਡਾਕਟਰ ਸਾਹਿਬ ਵੱਲੋਂ ਅੱਜ ਕਾਫੀ ਪੇਸ਼ੈਂਟਾਂ ਨੂੰ ਜਿਹੜਾ ਫ੍ਰੀ ਚੈੱਕਅਪ ਕੀਤਾ ਗਿਆ ਔਰ ਉਹਨਾਂ ਦੇ ਟੈਸਟ ਵੀ ਜਿਹੜੇ ਉਹ ਫ੍ਰੀ ਕੀਤੇ ਗਏ ਨੇ। ਕੈਮਰਾਮੈਨ ਸਿਮਰਨ ਦੇ ਨਾਲ ਕਿਰਪਾਲ ਸਿੰਘ।